वाहिगुरु जी का खालसा वाहिगुरु जी की फतेह। शब्दाय अवतार साहिब सतगुरु श्री गुरु ग्रंथ साहिब जियां दी पावन निगी गोद दा आप जी आनंद मान रहे हो। जिन्ना भी समा सतगुरां दी रहमत द्वारा प्राप्त हो रहा है, आओ सतगुरां दे प्रेम दे विच भिज के इनू सफला बनाइए। इतिहास दे पावन प्रसंगां दे विचों आप जी ने सरवण कीता सी। सतगुरां दे पिता कल्याण चंद जी अपने पुत्र दे मुख तो 7 सलोकी गीता दे अर्थां नूं सुन के बड़े प्रसन्न होए। घर आके हुण पादा जी अते पंडित हरदयाल दी उपमा करदे ने, वो सचमुच सच ही कहिंदे सी। हुण सच्चे पातशाह जी पाठशाला भी नहीं जाते, क्योंकि पादा जी ने भी कह दिता है इनू मैं नहीं पढ़ा सकता। इते आप विद्या की बनतर बनाने वाले ने, आप कोई रबी रूह हैं। गुरु साहब हुण बचपन के तरह तरह के चोज वरताउंदे आ, नित नवीं ही खेडां खेडदे ने। उस समय दियां सारियां खेडां नूं बड़े विस्तार सहित आप जी ने कल सरवण कीता है। आओ कुछ समा मनचित व्यक्तियां नूं एकाग्र चित बनाइए। पाओ प्रेम दी सांझ, बख्शो आसीस, गज बज के आखो जी सतनाम श्री वाहिगुरु साहिब जी। सतनाम श्री साहिब जी। दोहरा कह बल श्री गुरु जी, सुनहा कथा इतिहास, जैसी भांत हर खेलही, कटत जो कलमल दास। महाकवि भाई संतोख सिंह सतगुरां दी पावन कथा नूं बड़े प्रेम दे नाल लिख रहे हैं। भाई बाला जी हर रोज की तरह सतगुरां दे दरबार विच सज के खडूर साहब अभ्यासी गुरसिखां दे विच बैठ के गुरु अंगद दे पातशाह जी नूं इह पावन कथा सुणाउंदे ने। अज भी हर रोज की तरह दीवान सजिया है, हजारां संगतां बैठियां। गुरु अंगद देव साहिब महाराज संगत दे विच भुंजे ही विराजमान होए ने। भाई बाला जी उच्ची थां ते सजे होए ने, दोने हाथ जोड़ नेत्र बंद करके कहन लगे पातशाह जीओ, आओ एक बार फिर तो मैं गुरु नानक साहब सच्चे पातशाह जी का परम इतिहास सुनावां। क्योंकि हर रोज दरबार लगता है, कई बार ऐसा भी होंदा है 24-24 घंटे भाई बाला जी सतगुरां की कथा सुणाउंदे रहिंदे ने। गुरु अंगद देव महाराज एक चौंकड़े च बह के सरवण करते हैं सिखां दे। अज सजरी सवेर हुई, संगत का दरबार सजे है, गुरु साहब भी सजे ने। भाई बाला जी सुनाउण लगे, कहंदे पातशाह
ਗੁਰੂ ਨਾਨਕ ਸਾਹਿਬ ਮਹਾਰਾਜ ਬਚਪਨ ਦੇ ਵਿੱਚ ਆਮ ਬੱਚਿਆਂ ਵਰਗੇ ਨਹੀਂ ਨੇ। ਉਹਨਾਂ ਦੀ ਹਰ ਖੇਡ ਨਿਆਰੀ ਹੈ, ਹਰ ਚੂਲ ਵੱਖਰਾ ਹੈ, ਸਭ ਤੋਂ ਅਲੱਗ ਰਹਿੰਦੇ ਹਨ। ਸਵਈਆ ਬਾਲਕ ਸੋ ਮਿਲ ਖੇਲਤ ਖੇਲਣ, ਲਾਲ ਬਿਲੋਕਤ ਤਾਤ ਦੁਲਾਰੇ। ਹੁਣ ਰੋਜ਼ ਸਤਿਗੁਰ ਜੀ ਖੇਡਦੇ ਨੇ, ਖੂਬ ਖੇਡਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਧੂਮ ਬਚਾ ਕੇ ਰੱਖਦੇ ਆ। ਜਿੰਨੇ ਬੱਚੇ ਨੇ ਇਲਾਕੇ ਦੇ ਸਾਰੇ ਗੁਰੂ ਸਾਹਿਬ ਦੇ ਨਾਲ ਨਾਲ ਹੀ ਚੱਲਦੇ ਆ, ਰੌਲਾ ਬੜਾ ਪਾਉਂਦੇ ਆ। ਨਾਨਕ ਜੀ ਸਾਰਿਆਂ ਦੇ ਮੋਹਰੀ ਨੇ, ਹਰ ਖੇਡ ਵਿੱਚੋਂ ਅਵਲ ਆਉਂਦੇ ਨੇ। ਜਿਉਂ-ਜਿਉਂ ਗੁਰੂ ਸਾਹਿਬ ਖੇਡਦੇ ਆ, ਹੁਣ ਪਾਠਸ਼ਾਲਾ ਜਾਣਾ ਬੰਦ ਹੋ ਗਿਆ। ਤਕਰੀਬਨ 1-1.5 ਮਹੀਨਾ ਇਹਨਾਂ ਖੇਡ ਕੇ ਗੁਜ਼ਾਰੇ। ਖੇਡਾਂ ਦੇ ਵਿੱਚ ਵੀ ਸਤਿਗੁਰ ਕਈ ਵਾਰ ਖੇਡ ਵਰਤਾ ਜਾਂਦੇ ਨੇ, ਕਿਸੇ ਦਾ ਉਧਾਰ ਕਰ ਦਿੰਦੇ ਨੇ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਮੈਂ ਗੁਰੂ ਸਾਹਿਬ ਦੇ ਨਾਲ ਸੀ। ਸਤਿਗੁਰਾਂ ਦੇ ਪਿਤਾ ਕਲਿਆਣ ਚੰਦ, ਉਹ ਆਪਣੇ ਪੁੱਤ ਨੂੰ ਖੇਡਦਾ ਵੇਖ ਜਿੱਥੇ ਖੁਸ਼ ਬੜੇ ਹੁੰਦੇ ਨੇ, ਉੱਥੇ ਚਿੰਤਾ ਵੀ ਕਰਦੇ ਨੇ ਕਿਤੇ ਖੇਡਣ ਜੋਗਾ ਹੀ ਨਾ ਰਹਿ ਜੇ। ਪਾਠਸ਼ਾਲਾ ਲੈ ਕੇ ਗਿਆ, ਉੱਥੇ ਵੀ ਨਹੀਂ ਪੜ੍ਹਿਆ। ਖੇਡਣ ਦੇ ਵਿੱਚ ਇਹਦੇ ਕੋਲ ਸਮਾਂ ਬੜਾ ਹੈ, ਸਭ ਤੋਂ ਮੋਹਰੀ ਬਹੁਤ ਹੈ ਤੇ ਸ਼ਰਾਰਤੀ ਬੜਾ ਹੈ। ਬੇਸ਼ੱਕ ਪਿਤਾ ਜੀ ਆਪਣੇ ਪੁੱਤਰ ਨੂੰ ਪ੍ਰੇਮ ਕਰਦੇ ਨੇ, ਪਰ ਕਿਤੇ ਨਾ ਕਿਤੇ ਇਹ ਗੱਲਾਂ ਸਤਾਉਂਦੀਆਂ ਹਨ। ਸੁੰਦਰ ਭੂਖਨ ਚੀਰ ਸਰੀਰ ਧਰੇ, ਤਲਵੰਡੀ ਕੀ ਬੀਠੀ ਬੇਹਾਰ। ਪਰ ਗੁਰੂ ਸਾਹਿਬ ਬੇਪਰਵਾਹ ਨੇ। ਤਲਵੰਡੀ ਨਗਰ ਦੀਆਂ ਗਲੀਆਂ ਗਲੀਆਂ ਵਿੱਚ ਸਤਿਗੁਰ ਜੀ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਖੇਡਦੇ ਨੇ। ਕੋਈ ਖੇਡਣ ਦਾ ਪੱਕਾ ਟਿਕਾਣਾ ਨਹੀਂ, ਕੋਈ ਪੱਕੀ ਥਾਂ ਨਹੀਂ। ਜੇ ਕੋਈ ਲੱਭਣ ਵੀ ਜਾਂਦਾ ਤੇ ਕਈ ਵਾਰ ਲੱਭਦੇ ਵੀ ਨਹੀਂ। ਪਤਾ ਨਹੀਂ ਕਿਹੜੀ ਦਿਸ਼ਾ ਵਿੱਚ, ਕਿਹੜੇ ਪਾਸੇ, ਕਿਹਦੇ ਖੇਤਾਂ 'ਚ ਕਿਹਦੇ ਨਾਲ ਖੇਡ ਰਹੇ। ਜਿਹੜੇ ਘਰ ਦੇ ਦਾਸ ਸਨ, ਨੌਕਰ ਸਨ, ਲੱਭਦੇ ਹੀ ਰਹਿੰਦੇ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਘਰ ਤੋਂ ਥੋੜੀ ਦੂਰੀ ਤੇ ਜਾ ਕੇ ਖੇਡਦੇ। ਪਿਤਾ ਨੂੰ ਵੀ ਇਹ ਗੱਲਾਂ ਠੀਕ ਨਹੀਂ ਲੱਗਦੀਆਂ ਵੀ ਜੇ ਪੁੱਤ ਮੇਰਾ ਹਮੇਸ਼ਾ ਹੀ ਖੇਡਦਾ ਰਿਹਾ, ਇਹਨੇ ਪੜ੍ਹਨਾ ਲਿਖਣਾ, ਪੜ੍ਹਨ ਵਾਲੇ ਪਾਸੇ ਇਹਦਾ ਧਿਆਨ ਨਹੀਂ ਜਾਣਾ। ਵਿਹਲਾ ਰਹਿ ਕੇ ਕੁਝ ਕਰ ਨਹੀਂ ਸਕਦਾ। ਦੌਰ ਚਲੇ ਕਬ ਬੈਸ ਰਹੇ, ਕਬਹੂ ਮਦਰੇ ਮੁਖ ਬੈਨ ਉਚਾਰੇ। ਗੁਰੂ ਸਾਹਿਬ ਬੱਚਿਆਂ ਦੇ ਨਾਲ ਬੜਾ ਦੌੜਦੇ ਨੇ, ਬੜਾ ਭੱਜਦੇ ਨੇ, ਫੜਨ ਫੜਾਈ ਖੇਡਦੇ ਆ, ਕਿਤੇ ਲੁਕਣ ਮਿੱਟੀ ਖੇਡਦੇ ਆ। ਜਦ ਵੀ ਬੋਲਦੇ ਨੇ ਮਿੱਠੇ ਬੋਲ ਹੀ ਬੋਲਦੇ ਨੇ, ਕਦੇ ਕੌੜਾ ਬੋਲ ਕਿਸੇ ਨੂੰ ਨਹੀਂ ਬੋਲਿਆ, ਲੜੇ ਨਹੀਂ, ਗੁੱਸਾ ਨਹੀਂ ਕੀਤਾ। ਬੱਚਿਆਂ ਦੇ ਵਾਂਗ ਕਦੇ ਜਿੱਦ ਨਹੀਂ ਪੁਗਾਈ। ਇਹੀ ਗੱਲਾਂ ਕੱਲ ਮਾਤਾ ਜੀ ਵੀ ਕਹਿ ਰਹੇ ਸੀ, ਮਾਤਾ ਤ੍ਰਿਪਤਾ ਜੀ, ਮੇਰੇ ਪੁੱਤਰ ਦੇ ਵਿੱਚ ਨਾ ਗੁੱਸਾ ਹੈ, ਨਾ ਕੌੜੇ ਬੋਲ ਨੇ, ਨਾ ਉਹ ਕਿਸੇ ਨੂੰ ਗਾਲਾਂ ਕੱਢਦਾ ਹੈ, ਨਾ ਕਦੇ ਮੰਦੇ ਬੋਲ ਬੋਲਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਿੱਠੇ ਬੋਲ ਉਹਨਾਂ ਦੀ ਆਕਰਸ਼ਕਤਾ ਦਾ ਕੇਂਦਰ ਹਨ। ਹਰ ਪਾਸੇ ਇਹੀ ਚਰਚਾ ਹੁੰਦੀ ਹੈ, ਕਹਿੰਦੇ ਨਾਨਕ ਜੀ ਬੜਾ ਮਿੱਠਾ ਬੋਲਦੇ ਨੇ। ਉਹਨਾਂ ਆਪਣੇ ਸਾਥੀਆਂ ਨੂੰ, ਨਾਲ ਦੇ ਬੱਚਿਆਂ ਨੂੰ ਵੀ ਕਦੇ ਫੀਕਾ ਬੋਲ ਨਹੀਂ ਬੋਲਿਆ। ਭੋਜਨ ਮਾਤ ਤੇ ਲੀ ਕਰ ਖਾਤ, ਖਵਾਵਤ ਹੀਰਤ ਹੋ ਬਲਿਹਾਰ। ਘਰ ਦੇ ਜਿਹੜੇ ਦਾਸ ਨੇ, ਨੌਕਰ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾ ਕੇ ਲੈ ਕੇ ਆਉਂਦੇ ਨੇ। ਮਾਤਾ ਜੀ ਕੋਲ ਆ ਕੇ ਸਤਿਗੁਰ ਜੀ ਥੋੜਾ ਜਿਹਾ ਭੋਜਨ ਛਕਿਆ ਤੇ ਫੇਰ ਦੌੜ ਜਾਂਦੇ। ਬਹੁਤਾ ਛਕਦੇ ਨਹੀਂ, ਇੱਕ ਮਜਬੂਰੀ ਹੈ, ਤਿੰਨੇ ਵੇਲੇ ਭੋਜਨ ਛਕਣਾ ਪੈਂਦਾ ਹੈ। ਅਕਸਰ ਬੱਚਿਆਂ ਦਾ ਭੋਜਨ 3 ਵੇਲੇ ਹੁੰਦਾ ਤੇ ਸਿਆਣਿਆਂ ਦਾ ਭੋਜਨ 2 ਵਾਰ, ਦਿਨ ਵਿੱਚ 2 ਵਾਰ। ਹੁਣ ਬੱਚੇ ਬਾਰ-ਬਾਰ ਛਕਦੇ ਨੇ, ਬਾਰ-ਬਾਰ ਖਾਂਦੇ ਆ। ਗੁਰੂ ਸਾਹਿਬ ਨੂੰ ਫੜ ਕੇ ਲੈ ਆਉਂਦੇ ਆ, ਮਾਤਾ ਜੀ ਦੀ ਗੋਦ ਵਿੱਚ ਬਹਿ ਕੇ ਮੱਝ ਥੋੜਾ ਜਿਹਾ ਭੋਜਨ, ਥੋੜੀ ਜਿਹੀ ਗਰਾਹੀ ਲੈਂਦੇ ਆ। ਫੇਰ ਸ਼ਰਾਰਤਾਂ ਵਾਲੇ ਪਾਸੇ, ਖੇਡਾਂ ਵਾਲੇ ਪਾਸੇ। ਮਾਤਾ ਜੀ ਆਪਣੇ ਪੁੱਤ ਨੂੰ ਵੇਖ ਬਲਿਹਾਰ ਜਾਂਦੇ ਨੇ। ਕਦੇ ਮਾਂ ਨੇ ਨਹੀਂ ਟੋਕਿਆ, ਪੁੱਤ ਤੂੰ ਇੰਨਾ ਕਿਉਂ ਖੇਡਦਾ ਰਹਿੰਦਾ, ਕਦੇ ਪੜ੍ਹ ਵੀ ਲਿਆ ਕਰ, ਕਦੇ ਨਹੀਂ ਕਿਹਾ। ਜਿਸ ਦਿਨ ਮਾਤਾ ਜੀ ਨੇ ਝਿੜਕਿਆ ਸੀ, ਉਸ ਦਿਨ ਤੋਂ ਬਾਅਦ ਆਪਣੇ ਪੁੱਤ ਨੂੰ ਕਦੇ ਰੁੱਖਾ ਵੀ ਨਹੀਂ ਬੋਲਿਆ। ਉਹ ਜਾਣਦੇ ਸੀ ਇਹ ਕੋਈ ਅਗੰਮੀ ਰੂਹ ਹੈ। ਪਰ ਗੁਰੂ ਸਾਹਿਬ ਕਹਿੰਦੇ ਬਹੁਤ ਜ਼ਿਆਦਾ ਬੇਪਰਵਾਹ ਹੋ ਗਏ, ਬਹੁਤ ਜ਼ਿਆਦਾ।
ਅੱਗੇ ਨਾਲੋਂ ਹੱਸਣ ਜ਼ਿਆਦਾ ਲੱਗ ਪਏ, ਆਵਾਜ਼ ਉੱਚੀ ਹੋ ਗਈ, ਕਿਉਂਕਿ ਪਾਠਸ਼ਾਲਾ ਨਹੀਂ ਜਾਣਾ ਹੁੰਦਾ, ਸਾਰਾ ਦਿਨ ਮौज ਮਸਤੀ ਵਿੱਚ ਬਤੀਤ ਹੁੰਦਾ ਹੈ ਤੇ ਪਿਤਾ ਨੂੰ ਲੱਗਦਾ ਵੀ ਪੁੱਤਰ ਦੀਆਂ ਆਦਤਾਂ ਵਿਗੜਦੀਆਂ ਜਾਂਦੀਆਂ ਨੇ, ਕਿਤੇ ਮੇਰੇ ਕਹਿਣੇ ਤੋਂ ਨਾਨਕ ਬਾਹਰ ਹੋ ਨਾ ਜਾਵੇ। ਇੱਕ ਬਾਸਰ ਕਾਲ ਵਿਚਾਰ ਕੀਓ, ਪੜਨੇ ਬਿਨ ਨਾਨਕ ਬੈਸ ਬਿਹਾਈ। ਬੇਸ਼ੱਕ ਪਿਤਾ ਜੀ ਆਪਣੇ ਕੰਮਾਂ ਕਾਜਾਂ ਵਿੱਚ ਮਸ਼ਰੂਫ ਰਹਿੰਦੇ ਨੇ, ਪਰ ਮਨ ਦੇ ਵਿੱਚ ਇੱਕੋ ਹੀ ਚਿੰਤਾ, ਇੱਕੋ ਹੀ ਝੋਰਾ ਲੱਗਿਆ ਰਹਿੰਦਾ ਹੈ, ਪੁੱਤ ਪੜ੍ਹਾਈ ਤੋਂ ਬਿਨਾਂ ਖਾਲੀ ਨਾ ਰਹੇ, ਕਿਵੇਂ ਨਾ ਕਿਵੇਂ ਉਹਨੂੰ ਮੈਂ ਪੜ੍ਹਾਵਾਂ। ਹੁਣ ਮਨ ਮਾਰ ਹੀ ਲਿਆ ਮਨਾ ਮੇਰਿਆ, ਜੇ ਤੂੰ ਨਹੀਂ ਪੜ੍ਹਾਏਗਾ ਤੇ ਕੌਣ ਪੜ੍ਹਾਊਗਾ। ਬੱਚੇ ਨੇ ਆਪ ਤੇ ਕਹਿਣਾ ਨਹੀਂ ਮੈਨੂੰ ਪਾਠਸ਼ਾਲਾ ਛੱਡ ਆਓ। ਪਿਤਾ ਜੀ ਨੇ ਮਨ ਹੀ ਮਨ ਸੋਚ ਲਿਆ ਵੀ ਕੱਲ ਸਵੇਰੇ ਇਹਨੂੰ ਪੜ੍ਹਨੇ ਪਾਵਾਂ। ਬੜਾ ਖੇਡਦੇ ਨਾਲ, ਬੜਾ ਲੰਮਾ ਸਮਾਂ ਬਤੀਤ ਹੋ ਗਿਆ, ਬਿਨਾਂ ਵਿਦਿਆ ਤੋਂ ਇਹਨਾਂ ਦਾ ਕੁਛ ਨਹੀਂ ਬਣਨਾ। ਕੌਣ ਸਿਕਾਰ ਕਰੇ ਗੁਜਰਾਨ, ਕਹਾਂ ਕਰਕੇ ਤਨ ਲਿਹੀ ਕਮਾਈ। ਘਰ ਆ ਕੇ ਗੁਰੂ ਸਾਹਿਬ ਦੇ ਪਿਤਾ ਜੀ ਇਹ ਚਿੰਤਾ ਵਿੱਚ ਬੈਠੇ ਨੇ ਵੀ ਜੇ ਨਾ ਪੁੱਤ ਮੇਰਾ ਪੜ੍ਹਿਆ ਕੱਲ ਨੂੰ ਗੁਜ਼ਾਰਾ ਕਿਵੇਂ ਕਰੇਗਾ। ਅੱਗੇ ਲੋਕੀ ਆਪਣੇ ਬੱਚਿਆਂ ਨੂੰ ਹੁਨਰ ਸਿਖਾਉਂਦੇ ਸੀ, ਬੇਸ਼ੱਕ ਪੜ੍ਹਾਈ ਘੱਟ ਵੀ ਹੋਵੇ ਪਰ ਸਾਈਡ ਤੇ ਵੀ ਕੋਈ ਕੰਮ ਕਾਜ ਆਉਂਦਾ ਹੋਵੇ, ਜ਼ਿੰਦਗੀ ਦੇ ਵਿੱਚ ਗੁਜ਼ਰਾਨ ਚੱਲਦੀ ਰਹੇ, ਗੁਜ਼ਾਰਾ ਚੱਲਦਾ ਰਹੇ। ਬੇਸ਼ੱਕ ਉਹ ਕਰੋੜਾਪਤੀ ਦਾ ਪੁੱਤ ਹੋਵੇ ਜਾਂ ਲੱਖਾਂਪਤੀ ਦਾ ਹੋਵੇ, ਹਰ ਕੋਈ ਆਪਣੇ ਬੱਚਿਆਂ ਨੂੰ ਗੁਣ ਸਿਖਾਉਂਦਾ ਸੀ। ਕਦੇ ਐਸਾ ਸਮਾਂ ਵਿਪਤਾ ਦਾ ਵੀ ਆਵੇ ਨਾ, ਦੌਲਤਾਂ ਕਿਹੜਾ ਸਦਾ ਰਹਿੰਦੀਆਂ, ਜੇ ਹੱਥੀਂ ਕਿਰਤ ਕਰਨੀ ਆਉਂਦੀ ਹੋਊਗੀ ਤੇ ਗੁਜ਼ਾਰਾ ਚਲਾ ਲੈਣਗੇ। ਮਾੜੇ ਸਮੇਂ ਦੇ ਵਿੱਚ ਵੀ ਭੁੱਖੇ ਨਹੀਂ ਸੌਣਗੇ। ਪਿਤਾ ਜੀ ਮਨ ਹੀ ਮਨ ਸੋਚਦੇ ਆ ਇਹਦੇ ਕੋਲ ਗੁਣ ਵੀ ਕੋਈ ਨਹੀਂ, ਪੜ੍ਹਾਈ ਵੀ ਕੋਈ ਨਹੀਂ, ਨਾ ਇਹ ਪਟਵਾਰੀ ਲੱਗਣਾ। ਕੱਲ ਨੂੰ ਐਸਾ ਸਮਾਂ ਆ ਗਿਆ, ਪੁੱਤਰ ਮੇਰਾ ਗੁਜ਼ਾਰਾ ਕਿਵੇਂ ਕਰੇਗਾ। ਮਨ ਪੱਕਾ ਕਰ ਲਿਆ ਵੀ ਪੜ੍ਹਾਈ ਬਿਨਾਂ ਗੁਜ਼ਾਰਾ ਕੋਈ ਨਹੀਂ। ਵਾਕਈ ਹੈ ਨਹੀਂ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਤੇ ਹੁਨਰ ਇਨਸਾਨ ਦੇ ਕੋਲ ਹੋਵੇ, ਜੰਗਲ ਵਿੱਚ ਵੀ ਮੰਗਲ ਲਾ ਲੈਂਦਾ ਹੈ। ਭੁੱਖਾ ਨਹੀਂ ਸੌ ਸਕਦਾ, ਖਵਾ ਕੇ ਸੋਏਗਾ ਕਿਸੇ। ਮਨ ਪੱਕਾ ਕੀਤਾ, ਜੇ ਪੁੱਤ ਮੇਰਾ ਪਟਵਾਰੀ ਨਹੀਂ ਬਣ ਸਕਦਾ, ਕਿਸੇ ਹੋਰ ਵਿਦਿਆ ਚ ਮਾਹਰ ਕਰਦੇ ਆ, ਕੁਛ ਤੇ ਇਹਨੂੰ ਆਉਂਦਾ ਹੋਵੇ। ਨਿਜ ਕਾਰ ਕੀ ਰੀਤ ਬਿਨਾ, ਨਾ ਬਨੇ ਕ੍ਰਿਤ ਜੋ ਕਰ ਹੈ ਜਗ ਨਿੰਦ ਅਲਾਈ। ਇੱਕ ਤੇ ਜ਼ਮਾਨੇ ਵਿੱਚ ਨਿੰਦਿਆ ਹੋਏਗੀ, ਬੇਦੀ ਵੰਸ਼ ਵਾਲੇ ਕਹਿਣਗੇ ਦੇਖੋ ਗੁਰੂ ਨਾਨਕ ਸਾਹਿਬ ਦੇ ਪਿਤਾ ਆਪ ਤੇ ਪੜ੍ਹੇ ਲਿਖੇ ਨੇ, ਆਪ ਪਟਵਾਰੀ ਨੇ, ਪੁੱਤ ਨੂੰ ਡੱਕਾ ਨਹੀਂ ਕਰਾਇਆ। ਇਹ ਵੀ ਤੇ ਬਦਨਾਮੀ ਹੈ। ਮਾਂ ਬਾਪ ਪੜ੍ਹੇ ਹੋਣ ਤੇ ਬੱਚੇ ਅਨਪੜ੍ਹ ਹੋਣ, ਬਹੁਤ ਵੱਡਾ ਇੱਕ ਕਲੰਕ ਹੁੰਦਾ ਹੈ। ਇੱਕ ਸਮਾਜ, ਦੁਨੀਆ ਤਾਨੇ ਮਾਰੇਗੀ, ਕਿਉਂਕਿ ਉਦੋਂ ਲੋਕ ਨਾ ਇੱਕ ਦੂਜੇ ਦੀ ਬੜੀ ਪਰਵਾਹ ਕਰਦੇ ਸੀ। ਲੋਕ ਕੀ ਕਹਿਣਗੇ, ਸ਼ਰੀਕਾ ਕੀ ਕਹੇਗਾ। ਚਲੋ ਹੁਣ ਦੁਨੀਆ ਥੋੜੀ ਜਿਹੀ ਟਿਕਾਣੇ ਆ ਗਈ, ਲੋਕੀ ਛੱਡ ਕੇ ਪਰਵਾਹ ਕਿਸੇ ਦੀ, ਕਹਿੰਦੇ ਕਰਥਾ ਕਰੀ ਜਾਵੇ, ਸਾਨੂੰ ਕੀ। ਲੋਕ ਹੁਣ ਸ਼ਰੀਕਿਆਂ ਤੋਂ, ਰਿਸ਼ਤੇਦਾਰੀਆਂ ਦੇ ਜਾਲ ਚੋਂ ਨਿਕਲਣੇ ਸ਼ੁਰੂ ਹੋ ਗਏ, ਸਮਝ ਆਉਣ ਲੱਗ ਪਈ। ਪਰ ਪਿਤਾ ਜੀ ਚਿੰਤਾ ਕਰਦੇ ਆ, ਪੁੱਤ ਮੇਰਾ ਅਨਪੜ੍ਹ ਰਹਿ ਗਿਆ। ਇੱਕ ਤੇ ਲੋਕਾਂ ਨੇ ਮਾਰ ਲੈਣਾ ਮੈਨੂੰ, ਤਾਨੇ ਮਾਰ ਮਾਰ ਕੇ। ਦੂਜਾ, ਕੱਲ ਨੂੰ ਇਹ ਕਹਿਣਗੇ ਭਾਈ ਜੇ ਤੇ ਤੇਰਾ ਪਿਤਾ ਅਨਪੜ੍ਹ ਹੁੰਦਾ ਫਿਰ ਤੇ ਤੂੰ ਅਨਪੜ੍ਹ ਰਹਿ ਜਾਂਦਾ, ਕੋਈ ਗਿਲਾ ਨਹੀਂ ਸੀ। ਪਿਤਾ ਪਟਵਾਰੀ ਹੈ, ਪੜ੍ਹਿਆ ਲਿਖਿਆ, ਕਾਰ ਵਿਹਾਰ ਹਿਸਾਬ ਕਿਤਾਬ ਜਾਣਦਾ, ਪੁੱਤ ਨੂੰ ਕਿਉਂ ਨਹੀਂ ਪੜ੍ਹਾਇਆ। ਪਿਤਾ ਜੀ ਇਸ ਗੱਲ ਤੋਂ ਬੜਾ ਡਰਦੇ ਆ ਵੀ ਲੋਕਾਂ ਨੇ ਉਂਗਲ ਮੇਰੇ ਵੱਲ ਕਰਨੀ ਹੈ, ਪਰ ਪੁੱਤ ਮੇਰੇ ਨੂੰ ਪੜ੍ਹਨ ਦਾ ਖਿਆਲ ਕੋਈ ਨਹੀਂ, ਇਹਨੂੰ ਚਾਹ ਕੋਈ ਨਹੀਂ। ਪਾਠਸ਼ਾਲਾ ਛੱਡ ਕੇ ਆਓ, ਇਹ ਭੱਜ ਆਉਂਦਾ ਹੈ। ਕਹਿੰਦੇ ਬੜਾ ਦੁਖੀ ਆ ਮਨ ਕਰਕੇ। ਪਿਤਾ ਆਪਣੇ ਭਰਾ ਲਾਲ ਚੰਦ ਨਾਲ ਵੀ ਸਲਾਹ ਕੀਤੀ, ਆਪਣੀ ਧਰਮ ਪਤਨੀ ਨਾਲ ਵੀ ਸਲਾਹ ਕੀਤੀ। ਮਾਤਾ ਜੀ ਵੀ ਅੱਗੋਂ ਕਹਿੰਦੇ ਠੀਕ ਹੈ, ਜੇ ਤੁਸੀਂ ਚਾਹੁੰਦੇ ਹੋ ਤੇ ਪੜ੍ਹਾ ਦਿਓ, ਨਾਨਕ ਕਿਹੜਾ ਮਨਾ ਕਰ ਦੇਗਾ। ਪਰ ਪਿਤਾ ਚਿੰਤਤ ਹੈ, ਬਿਨਾਂ ਕਾਰ ਤੋਂ, ਬਿਨਾਂ ਹੁਨਰ ਤੋਂ, ਬਿਨਾਂ ਕਿਰਤ ਤੋਂ ਇਹਦਾ ਗੁਜ਼ਾਰਾ ਕਿਵੇਂ ਚੱਲੇਗਾ। ਅਬ ਮੋਕੋ ਜੋਗ ਪੜਵ ਨਹਿ, ਬੜ ਹੋਈ ਜਬੇ ਨਾ ਪੜਿਓ ਤਬ ਜਾਈ। ਅੱਜ ਤੇ ਸਮਾਂ ਮੈਂ ਆਪਣੇ ਪੁੱਤ ਨੂੰ ਪੜ੍ਹਾ ਲਵਾਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸੀ, ਨਾ ਤੇ ਲੋਕਾਂ ਕੋਲ ਬਹੁਤੀਆਂ ਸੀ, ਤੇ ਜੇ ਹੈ ਵੀ ਸੀ ਨਾ ਉਦੋਂ ਕੋਈ ਆ MSP ਵਾਲਾ ਚੱਕਰ ਨਹੀਂ ਸੀ ਹੁੰਦਾ, ਨਾ ਵੱਡੀਆਂ ਵੱਡੀਆਂ ਦਾ। ਇਹ ਤੇ ਆਮ ਚੀਜ਼ਾਂ ਸੀ, ਨਾ ਕੋਈ ਫਸਲ ਵੇਚਦਾ ਸੀ ਤੇ ਨਾ ਕੋਈ ਖਰੀਦਦਾ ਸੀ। ਲੋਕੀ ਖਾਣ ਪੀਣ ਜੋਗੇ ਦਾਣੇ ਉਗਾਉਂਦੇ ਸੀ, ਨਾ ਕੋਈ ਬਹੁਤੀਆਂ ਲੋੜਾਂ ਸੀ।
क्योंकि एक लूण नूं छड्ड के हर चीज जिमीदार के खेतों चों पैदा होती है। कपड़ा टाकी, खाण दीआं सब्जियां, फलों तो लैके दवाई बूटी, हर चीज धरती चों पैदा हो रही है। हर चीज मनुख पैदा कर सकता है। सिर्फ एक लूण है जो पहाड़ों तो लेना पैंदा सी। उन्हां समयां दे विच ना ते कोई कणक झोने दा रिवाज सी, हरी क्रांति वाला ते रौला ही कोई नहीं सी। ते जिहड़ियां फसलां लोकां दे हुंदियां सी ना, वो आम च वरतियां जांदियां सी। हल्का फुल्का किसी नूं किसी चीज बदले कुछ देता, अगे आदान प्रदान हुंदा सी। किसी दे मक्की ज़्यादा है, उन्हें कहना तू कपा दे जी, मक्की ले जी, असी कत लैनी है। माया का कोई बहुता सीन नहीं सी हुंदा। मिठे तो लैके गुड़ तक हर चीज करती सी, खेतों च हुंदा सी। ते उन्हां समयां दे विच जिहदे कोल 10 एकड़ जमीन भी है, उहनूं भी अमीर नहीं सी मन्निया जांदा। जमीनां जमूनां ते कुछ भी नहीं सी उदों। सिर्फ उगाउणा ते खाना ही मनुख दा एक सलीका सी। इत्थे जिउं-जिउं समय ने रफ्तार फड़ी, आपां 21वीं सदी च 20वीं च आए ना, हुण 21वीं च वड़न लगे ते लोकां दे हालात इन्ने खराब हो गए 21वीं सदी विच आके। हुण भावें नौकरी है नहीं है, हुण ते रिश्तियां विच भी जमीनां दे पंगे खड़े। बंदा इत्थे ना किसी कोल हुनर है, ना कोई गुण है, सिर्फ रौला इसे चीज का पैसे की दौड़ है। उन्हां समयां दे विच गुण बड़ी वड्डी चीज सी। बेशक पटवारी जी ने कल्याण चंद किन्ने एकड़ जमीन है इन्हां कोल, कोई हिसाब नहीं है, पर उन्होंने पता सी भी जमीन दे सिर ते पुत मेरे दी बल्ले बल्ले नहीं होनी जद तक कोई ऑफिसर नहीं लगता, पढ़ के किते चंगी थां ते नहीं लगता ना, उदों तक गल्लां नहीं होणीआं। ते यही सोचते सी भी नानक कोल जमीन ते है, जमीन की करूगा जे बाउणा बीजणा ही ना आया, जे नूं फसल वड्ढणी ना आई, जे फसल की राखी वो ना कीती, जे इहो जिहा सुभाਅ है की करेगा की। मैं सोचदा इहनूं औखा सौखा जिवें मर्जी पढ़ा दियां, पर पढ़े ते सही ना। पिता जी अज बड़े परेशान सन। गुरु नानक साहब महाराज पिता जी दे कोल आए बैठे रहे होणे, जानते सारा कुछ ने भी बापू जी की चाहुंदे आ, पर कदे भी पिता ने अपने पुत्र नूं समझण दी कोशिश नहीं की, शर्त ही नहीं रखी कदे। बस दुनियावी तौर ते मनदे सी मेरा पुत्र है, मेरे आखे लगेगा, जिवें चलावा उवें ही चलेगा। गुरु नानक साहब महाराज इस माहौल नूं वेख कदे भी दुखी होए ना। ले सुत नानक संग चलियो, गह पारसी बाल पड़े मिल बरिंदा। अपने शरीके ते मित्रां दे नाल सलाह कीती पिता जी ने। अज रात बड़ी औखी बतीत कीती, सवेर दा वेला होया, गुरु नानक साहब महाराज उठे ने, तैयार होया, कहते चल पुत फिर आपां चलीए। महाराज ने नहीं पूछया कित्थे जाना है, किहदे कोल जाना है, क्यों जाना है। हुण पादा जी कोल ते जाना नहीं, पादा जी ते पढ़ाउंदे सी हिसाब किताब, हुण किहदे कोल चले पिता जी। हुण चाहुंदे आ जे मेरा पुत फारसी सिख ले। फारसी बड़ी औखी भाषा है, अरबी ते फारसी दोनों बहुत औखियां ने। साडे दसे सतगुर जी अरबी फारसी दे आलम फाजल सन। आज जफरनामे वर्गी बाणी गुरु साहब ने फारसी च लिखी हुई है। गुरु नानक साहब सच्चे पातशाह नूं फारसी पढ़ाउण वास्ते पिता जी उंगल फड़ के तुर पए ते महाराज अपने आनंद विच ही ने, ना वो हसदे ने ना वो जिद करते ने, बस चुपचाप जिधर नूं पिता जी उंगल फड़ के लैके चले उस पासे चल पए। क्योंकि लोगों ने सलाह दी पिता नूं भी पुत्र तेरा जे हिसाब किताब नहीं सिखदा, जे पादा कहंदा दिमाग बड़ा तेज सारा कुछ जानदा, फारसी औखी फिर इहनूं उधरले पासे लाण छेती दिमाग च पै जूगी। जे घट भी पढ़ूगा तां भी ते फारसी सिख लऊगा, क्योंकि उन्हां समयां विच फारसी सिखण लई 7 तो 8 8 तो 10 साल लगदे सी। ते गुरु नानक साहब महाराज नूं नहीं पता शरीरक तौर ते पिता जी कित्थे लैके चले, दुनियावी तौर दी गल करदा, वैसे ते अंदर जाके चुप चपीते तुरे जा रहे आ। पिता जी वेख रहे आ भी जे मेरे पुत नूं 4 अखर फारसी दे आ गए फिर पटवारी जरूरी लगना है, बड़े रुतबे ते बैठू, कोई वजीर बन जूगा, क्योंकि अगे अरबी फारसी का बोलबाला बहुत ज्यादा सी। फारसी लोगों नूं जुबानी याद सी, ये मुगलों की भाषा सी। गुरु नानक साहब महाराज चल पे आ जी, चलते चलते मदरसे के करीब आ गए। बैस्यो मुलाने की जय समीप,
ਕਹੇ ਹਿਤ ਸੋ ਬਚਿਆ ਰਤ ਮੰਦਾ। ਹੁਣ ਇੱਕ ਮਦਰਸਾ ਸੀ ਜਿਹਦੇ ਵਿੱਚ ਪ੍ਰਵੇਸ਼ ਹੋਏ, ਉੱਥੇ ਵੀ ਬਾਲ ਬੈਠੇ ਨੇ, ਬੱਚੇ ਬੈਠੇ ਨੇ, ਸਾਹਮਣੇ ਬੈਠੇ ਸੀ ਮੁੱਲਾ ਜੀ ਬੈਠੇ ਆ, ਸਿਰ ਤੇ ਟੋਪੀ ਚਿੱਟੀ ਪਾਈ ਹੈ, ਲੰਬੀ ਦਾੜੀ ਹੈ ਮੁੱਲਾ ਜੀ ਦੀ, ਕੁੜਤਾ ਪਜਾਮਾ ਉਹਨਾਂ ਨੇ ਪਾਇਆ ਹੋਇਆ ਜਿਹੜਾ ਸਲਵਾਰੀ ਸੂਟ ਹੁੰਦਾ ਇਸਲਾਮ ਦਾ, ਬੈਠੇ ਸੀ ਕੁਰਸੀ ਤੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਤਾ ਜੀ ਦੇ ਸਮੇਤ ਉਸ ਮਦਰਸੇ ਵਿੱਚ ਹਾਜ਼ਰ ਹੁੰਦੇ ਆ ਤੇ ਮੁੱਲਾ ਜੀ ਉੱਠ ਕੇ ਸਤਿਕਾਰ ਕਰਦੇ ਆ, ਇਸਤਕਬਾਲ ਕਰਦੇ ਆ। ਕਲਿਆਣ ਚੰਦ ਜੀ ਨੂੰ ਕੌਣ ਨਹੀਂ ਜਾਣਦਾ, ਬੜਾ ਉਹਦਾ ਮਨ ਕੀਤਾ ਕਿ ਸ਼ੁਕਰ ਹੈ ਤੁਸੀਂ ਆਏ ਹੋ। ਆਏ ਕਾਹਦੇ ਵਾਸਤੇ? ਹੁਣ ਮਦਰਸੇ 'ਚ ਇੱਕੋ ਕੰਮ ਹੋ ਸਕਦਾ ਹੈ, ਪੜ੍ਹਨਾ ਪੜ੍ਹਾਉਣਾ। ਅੱਜ ਵੀ ਸਾਡੇ ਇਸ ਭਾਰਤ ਦੇ ਵਿੱਚ ਯੂਪੀ ਵਾਲੇ ਪਾਸੇ ਜਾ ਕੇ ਵੇਖੋ, ਇਸਲਾਮ ਦੇ ਲੋਕਾਂ ਦੇ ਮਦਰਸੇ ਨੇ, ਉਹ ਆਪਣੇ ਬੱਚਿਆਂ ਨੂੰ ਆਪਣਾ ਇਲਮ ਸਿਖਾਉਂਦੇ ਆ, ਅਰਬੀ ਫਾਰਸੀ ਪੜ੍ਹਨੀ ਸਿਖਾਉਂਦੇ ਆ। ਤੇ ਮੈਂ ਕਹਿੰਦਾ ਸਾਡੇ ਸਿੱਖਾਂ ਦੇ ਤੇ ਏਡੇ ਮਾੜੇ ਹਾਲ ਨੇ, ਜੇ ਕਿਤੇ ਸਿੱਖਾਂ ਦਾ ਕੋਈ ਸਕੂਲ ਵੀ ਹੋਵੇ ਨਾ, ਫੀਸ ਵੀ 2.5 ਲੱਖ ਤੋਂ ਦਾਖਲਾ ਘੱਟ ਨਹੀਂ ਹੁੰਦਾ। ਆਖੋ ਸਤਿਨਾਮ, ਕੋਈ ਗਰੀਬ ਪੜ੍ਹਾਈ ਨਾ ਜਾਏ। ਅਕੈਡਮੀਆਂ ਅਸੀਂ ਬੜੀਆਂ ਬਣਾ ਲਈਆਂ, ਪਰ ਪੈਸੇ ਕਮਾਉਣ ਦਾ ਸਾਧਨ ਬਣਾ ਲਈਆਂ। ਮਦਰਸਿਆਂ ਦੇ ਵਿੱਚ ਅੱਜ ਵੀ ਮੁਫਤ ਪੜ੍ਹਾਇਆ ਜਾਂਦਾ ਹੈ, ਭਾਵੇਂ ਉਹ ਇਹ ਭਾਰਤ ਦੀ ਧਰਤੀ ਹੈ ਜਾਂ ਪਾਕਿਸਤਾਨ ਦੀ ਧਰਤੀ ਹੈ। ਉਹ ਆਪਣੀ ਵਿਦਿਆ ਨੂੰ ਪਿਆਰ ਕਰਦੇ ਆ। ਪਹਿਲਾਂ ਤੇ ਸਾਡੇ 5ਵੀਂ ਤੱਕ ਕਿਸੇ ਨੂੰ ਪੰਜਾਬੀ ਨਹੀਂ ਲੱਗਦੀ, ਜੇ ਲੱਗ ਵੀ ਗਈ ਉਹਦੇ 'ਚ ਹੀਰ ਰਾਂਝਾ ਇਹੋ ਜਿਹਾ ਕੰਜਰਖਾਨਾ ਲਿਆ ਕੇ ਵਾੜਿਆ ਹੋਇਆ ਹੈ ਵੀ ਜਿਹੜਾ ਬੱਚਾ ਪੜੂ ਹਰ ਘਰ 'ਚ ਆਸ਼ਕੇ ਜਾਊ। ਭਗਤ ਸਿੰਘ ਥੋੜਾ ਜਾਊਗਾ। ਅੱਜ ਸਾਡੇ ਐਜੂਕੇਸ਼ਨ ਬੋਰਡ ਦੇ ਵਿੱਚ ਕਿਹੋ ਜਿਹਾ ਸਿਲੇਬਸ ਆਇਆ ਹੋਇਆ ਪਤਾ ਨਾ ਤੁਹਾਨੂੰ ਸਾਰੇ। ਸੋਹਣੀ ਮਹੀਵਾਲ, ਹੀਰ ਰਾਂਝਾ, ਦੱਸੋ ਜੀ ਇਹਨਾਂ ਦੀਆਂ ਕਿਹੜੀਆਂ ਪ੍ਰਾਪਤੀਆਂ ਜੰਡਾਂ ਥੱਲੇ ਵੱਢੇਗੇ? ਤੁਸੀਂ ਕੀ ਚਾਹੁੰਦੇ ਹੋ ਬੱਚੇ ਇਹੀ ਕੁਛ ਕਰਨ? ਜਿਨ੍ਹਾਂ ਬੱਚਿਆਂ ਨੇ ਇਹ ਕੁਝ ਪੜ੍ਹਿਆ ਉਹ ਇਹੀ ਕੁਛ ਹੀ ਕਰਨਗੇ। ਸਿੱਖ ਇਤਿਹਾਸ ਕੱਟਿਆ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੇਵਲ ਇੱਕ ਲੇਖ ਹੀ ਰਹਿ ਗਿਆ। ਅੱਗੇ ਕਿੰਨਾ ਕੁਝ ਆਉਂਦਾ ਹੁੰਦਾ ਸੀ ਗੁਰਬਾਣੀ ਬਾਰੇ, ਕਿੰਨਾ ਕੁਝ ਆਉਂਦਾ ਸੀ ਭਾਈ ਗੁਰਦਾਸ ਬਾਰੇ, ਕਿੱਥੇ ਗਿਆ? ਕਿਉਂਕਿ ਇਹਨਾਂ ਨੇ ਥਾਂ ਲੈ ਗਈ। ਬੜੇ ਤਰੀਕੇ ਦੇ ਨਾਲ ਨਾ ਏਜੰਸੀਆਂ ਨੇ ਕੰਮ ਕੀਤੇ ਵੀ ਪੰਜਾਬ ਦੇ ਯੂਥ ਨੂੰ ਨਸ਼ਿਆਂ ਤੇ ਵਿਸ਼ਿਆਂ 'ਚ ਇੰਨਾ ਵਾੜ ਦਿਓ, ਸਿੱਖੀ ਦਾ ਸਪਿਰਿਟ ਖਤਮ ਹੋ ਜੇ। ਤੇ ਹੋ ਵੀ ਗਿਆ, ਹੁੰਦਾ ਵੀ ਜਾ ਰਿਹਾ ਹੈ। ਅੱਜ 5 ਪਿਆਰਿਆਂ ਦੇ ਨਾਂ ਸਾਡੇ ਬੱਚਿਆਂ ਨੂੰ ਯਾਦ ਨਹੀਂ ਹੁੰਦੇ। ਮਦਰਸੇ ਦੇ ਵਿੱਚ ਜਿੰਨੇ ਬੱਚੇ ਬੈਠੇ ਸੀ ਨਾ ਇੱਥੇ, ਸਾਰੇ ਮੁਸਲਮਾਨ। ਤੇ ਨਾਨਕ ਜੀ ਤੇ ਸਤਿਗੁਰਾਂ ਦੇ ਪਿਤਾ ਜੀ ਜਿਹੜੇ ਨੇ ਉਹ ਸਨਾਤਨ ਮਤ ਨਾਲ ਜੁੜੇ ਹੋਏ ਆ। ਮੁੱਲਾ ਤੇ ਤਾਂ ਹੈਰਾਨ ਸੀ ਵੀ ਅੱਜ ਹਿੰਦੂ ਜੀ ਸਾਡੇ ਕਿੱਦਾਂ ਮਦਰਸੇ ਚ ਆ ਗਏ ਨੇ। ਇਹ ਤੇ ਬੜੀ ਪੁਰਾਣੀ ਨਫ਼ਰਤ ਚੱਲੀ ਆਉਂਦੀ ਹੈ। ਮੰਦਿਰ ਵਿੱਚ ਕਦੇ ਤੁਸੀਂ ਜਾ ਕੇ ਅੱਲਾ ਅੱਲਾ ਕਰਦਾ ਨਹੀਂ ਵੇਖੋਗੇ, ਮਸਜਿਦ ਵਿੱਚ ਜਾ ਕੇ ਕੋਈ ਰਾਮ ਰਾਮ ਜਪਦਾ ਨਹੀਂ ਵੇਖੋਗੇ। ਇਹ ਤੇ ਵੈਰ ਵਿਰੋਧ ਬਣਿਆ ਹੋਇਆ ਨਾ। ਪਰ ਜਿਸ ਵੇਲੇ ਕਲਿਆਣ ਚੰਦ ਜੀ ਆਏ, ਉਹ ਬੜਾ ਹੈਰਾਨ, ਉਹਨੇ ਇਸਤਕਬਾਲ ਕੀਤਾ, ਜੀ ਆਇਆਂ ਨੂੰ ਆਖਿਆ। ਤੇ ਕਲਿਆਣ ਚੰਦ ਕਹਿੰਦੇ ਮੈਂ ਆਪਣੇ ਪੁੱਤ ਨੂੰ ਫਾਰਸੀ ਸਿਖਾਉਣੀ ਹੈ। ਮੁੱਲਾ ਜੀ ਬੜੇ ਖੁਸ਼ ਹੋਏ, ਸ਼ੁਕਰ ਹੈ। ਵੇਖੋ ਵਿਦਿਆ ਕੋਈ ਮਾੜੀ ਨਹੀਂ ਹੈ। ਸਟੱਡੀ, ਲੈਂਗੁਏਜ, ਭਾਸ਼ਾ, ਇਹਦਾ ਗਿਆਨ ਹੋਣਾ ਚਾਹੀਦਾ ਹੈ। ਇਹ ਨਹੀਂ ਆ ਵੀ ਅਸੀਂ ਇਕੱਲੀ ਪੰਜਾਬੀ ਸਿੱਖ ਲਈ, ਅੰਗਰੇਜ਼ੀ ਸਿੱਖ ਲਈ, ਹੋਰ ਕੁਛ ਨਹੀਂ। ਹਿੰਦੀ ਵੀ ਸਿੱਖੋ, ਬ੍ਰਿਜ ਭਾਸ਼ਾ ਵੀ ਸਿੱਖੋ, ਸੰਸਕ੍ਰਿਤ ਵੀ ਸਿੱਖੋ। ਹੋ ਸਕੇ ਚਲੋ ਅਰਬੀ ਉਰਬੀ ਤੇ ਕਿੱਥੇ ਸਿੱਖ ਲੈਣੀ ਆ, ਪਰ ਅਰਬੀ ਸਿੱਖਣ ਵਾਸਤੇ ਘੱਟੋ ਘੱਟ 20 ਸਾਲ ਲੱਗਦੇ ਆ। ਮਿਹਨਤਾਂ ਹੁੰਦੀਆਂ ਨੇ, ਐਵੇਂ ਥੋੜਾ ਕੁਰਾਨ ਪੜ੍ਹਿਆ ਜਾਂਦਾ, ਪਰ ਉਹ ਵੀ ਸਿੱਖਣ ਦੀ ਕੋਸ਼ਿਸ਼ ਕਰੀਏ। ਉਰਦੂ ਸਿੱਖਣ ਦੀ ਕੋਸ਼ਿਸ਼ ਕਰੀਏ। ਇਹ ਉਮਰਾਂ ਦੀਆਂ ਮੁਤਾਦ ਨਹੀਂ ਹੁੰਦੀਆਂ। ਜਿਸ ਵੇਲੇ ਗੁਰੂ ਸਾਹਿਬ ਆ ਕੇ ਬੈਠੇ ਨਾ, ਮੁੱਲਾ ਮਰਗ ਦੇ ਮੁਖ ਵੱਲ ਵੇਖਦਾ ਵੀ ਬੱਚੇ ਦੇ ਚਿਹਰੇ ਤੇ ਨੂਰ ਬੜਾ ਹੈ, ਚਾਨਣੀ ਬੜਾ ਹੈ, ਲਾਡੀ ਬੜੀ ਹੈ, ਕੋਈ ਰੋਣਾ ਧੋਣਾ ਨਹੀਂ ਹੈ। ਬਾਕੀ ਜਿੰਨੇ ਬੱਚੇ ਬੈਠੇ ਨੇ ਸਭ ਮੁੱਲਿਆਂ ਦੇ ਨੇ, ਕਿਉਂਕਿ ਮਦਰਸਿਆਂ ਦੇ ਵਿੱਚ ਹਿੰਦੂਆਂ ਦੇ ਬੱਚੇ ਨਾ ਕਦੇ ਗਏ ਤੇ ਨਾ ਕਦੇ ਜਾਣੇ ਆ। ਧਰਮਾਂ ਦੀ ਆੜ ਦੇ ਵਿੱਚ ਬੜਾ ਜ਼ਹਿਰ ਫੈਲਾਇਆ ਜਾਂਦਾ ਜੀ। ਧਰਮ ਥੋੜਾ ਮਾੜੇ ਸੀ। ਹੁਣ ਗੁਰੂ ਸਾਹਿਬ ਦਾ ਆਉਣਾ ਇੱਕ ਬੜੀ ਹੈਰਾਨੀ ਸੀ। ਇਸਲਾਮ ਦੇ ਲੋਕ, ਮੁੱਲਾ ਦੇ ਲਈ ਬੜੀ ਖੁਸ਼ੀ ਦੀ ਗੱਲ ਸੀ। ਇੱਥੇ ਕਵੀ ਜੀ ਨੇ ਮੁੱਲਾ ਜੀ ਦਾ ਨਾਂ ਨਹੀਂ ਲਿਖਿਆ, ਨਾ ਵਾਧੇ ਦਾ ਜ਼ਿਕਰ ਆਇਆ ਸੀ ਨਾ। ਪਰ ਜਦ ਆਪਾਂ ਹੋਰ ਇਤਿਹਾਸਕ ਸਰੋਤਾਂ ਨੂੰ ਪੜ੍ਹਦੇ ਹਾਂ, ਉਹਨਾਂ ਦੇ ਵਿੱਚ ਤਵਾਰੀਖ ਗੁਰੂ ਖਾਲਸਾ ਨਾਲ ਜਿਹੜੀ ਪਾਤਸ਼ਾਹੀ ਪਹਿਲੀ, ਇਸ ਮੁੱਲਾ ਦਾ ਨਾਮ ਆਇਆ ਮੁੱਲਾ ਕੁਤਬਦੀਨ। ਉਸ ਵੇਲੇ ਦਾ ਬੜਾ ਮਸ਼ਹੂਰ ਮੁੱਲਾ ਸੀ, ਪੜ੍ਹਾਉਣ ਵਾਲਾ, ਬਹੁਤ ਵੱਡਾ ਟੀਚਰ ਸੀ, ਫਾਰਸੀ ਦਾ ਗਿਆਤਾ, ਆਲਮ ਹਾਜ਼ਰ। ਜਿੱਦਾਂ ਅੱਜ ਦੇ ਸਮੇਂ PhD ਕੀਤੀ ਨਾ, ਡਾਕਟਰੇਟ ਦੀ ਡਿਗਰੀ ਹੁੰਦੀ ਹੈ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੁੱਲਾ ਲੋਕ ਸੀ ਨਾ, ਉਹ ਫਾਰਸੀ ਦੇ ਬਹੁਤ ਵੱਡੇ ਮਹਾਨ ਉਪਾਸ਼ਕ ਸਨ। ਉਹਨਾਂ ਦੇ ਟਿਪਸ ਤੇ ਫਿੰਗਰ ਟਿਪ ਤੇ ਹੁੰਦੀ ਸੀ ਫਾਰਸੀ। ਗੁਰੂ ਸਾਹਿਬ ਬੈਠੇ,
ਕੁਤਬਦੀਨ ਵੇਖ ਕੇ ਕਲਿਆਣ ਚੰਦ ਨੂੰ ਕਹਿੰਦਾ ਜੀ ਹੁਕਮ ਕਰੋ। ਸਤਿਗੁਰਾਂ ਦੇ ਪਿਤਾ ਜੀ ਆਖਣ ਲੱਗੇ ਕਿਰਪਾ ਕਰਕੇ ਮੇਰੇ ਪੁੱਤ ਨੂੰ ਫਾਰਸੀ ਪੜ੍ਹਾਓ ਪਰ ਕੋਈ ਫਰਕ ਨਾ ਰੱਖਿਓ। ਪਿਤਾ ਨੇ ਪਹਿਲਾਂ ਗੱਲ ਆਖੀ ਕਿਤੇ ਇਸਲਾਮ ਦੇ ਵਿੱਚ ਹੋਣ ਕਰਕੇ ਤੂੰ ਆਖੇ ਮੈਂ ਹਿੰਦੂਆਂ ਦੇ ਬੱਚੇ ਨੂੰ ਇੰਨਾ ਗਿਆਨ ਨਹੀਂ ਦੇਣਾ। ਮੈਂ ਹਿੰਦੂਆਂ ਦਾ ਬੱਚਾ ਸ਼ਬਦ ਵਰਤਿਆ ਕਿਉਂਕਿ ਗੁਰੂ ਸਾਹਿਬ ਜਦੋਂ ਹੋਰ ਵੱਡੇ ਹੋਣਗੇ ਸਰੀਰਕ ਤੌਰ ਤੇ ਫਿਰ ਸਤਿਗੁਰਾਂ ਨੇ ਇਸ ਪੰਥ ਦੀ ਰਸਮ ਅਦਾ ਕਰਨੀ ਹੈ। ਕਿੱਦਣ ਕਰਨੀ ਹੈ? ਜਿੱਦਣ ਗੁਰੂ ਸਾਹਿਬ ਕਹਿਣਗੇ ਨਾ ਅਸੀਂ ਜਨੇਊ ਨਹੀਂ ਪਾਉਣਾ, ਉਧਰ ਜਮਾਨੇ ਨੂੰ ਪਤਾ ਲੱਗਣਾ ਵੀ ਨਾਨਕ ਦਾ ਧਰਮ ਕੋਈ ਹੋਰ। ਆਖੋ ਸਤਿਨਾਮ। ਅਜੇ ਤੇ ਪਿਤਾ ਜੀ ਆਪਣੇ ਆਪ ਨੂੰ ਉਹੀ ਮੰਨਦੇ ਆ, ਮੰਨ ਵੀ ਰਹੇ ਆ। ਜੇ ਮੰਨਦੇ ਸੀ ਤਾਂ ਹੀ ਲੈ ਕੇ ਆਉਣਗੇ ਨਾ ਵੀ ਮੇਰੇ ਪੁੱਤ ਨੂੰ ਵੀ ਜਨੇਊ ਪਾ, ਮੈਂ ਵੀ ਹਿੰਦੂ, ਮੇਰਾ ਪੁੱਤ ਹਿੰਦੂ ਬਣੇ। ਇਸ ਕਰਕੇ ਆਪਾਂ ਇਸ ਚੀਜ਼ ਨੂੰ ਦਿਲ ਤੇ ਨਹੀਂ ਲਾਉਣਾ ਵੀ ਇਹ ਸ਼ਬਦ ਕਈ ਵਾਰ ਵਰਤੇ ਜਾਂਦੇ ਆ ਵੀ ਪਿਤਾ ਜੀ ਸੰਨਿਆਸੀ ਧਰਮ ਨਾਲ ਜੁੜੇ ਆ ਜਾਂ ਕਿਸੇ ਹੋਰ ਧਰਮ ਨਾਲ ਜੁੜੇ ਜਾਂ ਸਨਾਤਨ ਨਾਲ ਜੁੜੇ ਆ। ਨਾ ਭਾਈ, ਅਸੀਂ ਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੁੜੇ। ਇਹ ਤੇ ਸਤਿਗੁਰਾਂ ਦੇ ਇਸ ਰੁਤਬੇ ਤੋਂ ਪਹਿਲਾਂ ਦਾ ਜ਼ਿਕਰ ਹੈ। ਮੁੱਲਾ ਬੜਾ ਖੁਸ਼ ਹੋਇਆ ਪਰ ਸਤਿਗੁਰਾਂ ਦੇ ਪਿਤਾ ਇੱਕੋ ਗੱਲ ਆਖਦੇ, ਕਹਿੰਦੇ ਫਰਕ ਨਾ ਰੱਖਿਓ, ਵਧੀਆ ਪੜ੍ਹਾਇਓ। ਇਹ ਸੁਭਾਵਿਕ ਗੱਲ ਹੈ ਜੀ, ਕਈ ਵਾਰ ਫਰਕ ਰੱਖਿਆ ਜਾਂਦਾ। ਇਹ ਬੱਚਾ ਸਿੱਖਾਂ ਦਾ, ਇਹਨੂੰ ਘੱਟ ਪੜ੍ਹਾਉਣਾ ਹੈ, ਇਹ ਹਿੰਦੂਆਂ ਦਾ, ਇਹ ਮੁਸਲਮਾਨਾਂ ਦਾ। ਟੀਚਰ ਲੋਕ ਰੱਖ ਲੈਂਦੇ ਆ ਫਰਕ, ਟਿਊਸ਼ਨਾਂ ਵਾਲੇ ਵੀ ਰੱਖ ਲੈਂਦੇ, ਵੈਰ ਵਿਰੋਧ ਨਹੀਂ ਨਾ ਜਾਂਦਾ। ਇਸ ਕਰਕੇ ਪਿਤਾ ਜੀ ਬਾਰ-ਬਾਰ ਕਹਿੰਦੇ ਆ ਜਿੰਨੀ ਤੇਰੀ ਤਨਖਾਹ ਹੋਊਗੀ ਭੇਟਾ ਹੋਊਗੀ ਨਾ, ਮੁੱਲਾ ਜੀ ਮੂੰਹ ਮੰਗੀ ਮੇਰੇ ਤੋਂ ਲੈ ਲਿਓ ਪਰ ਮੇਰੇ ਪੁੱਤ ਨੂੰ ਪੜ੍ਹਾਉਣ ਵਿੱਚ ਕੋਈ ਕਸਰ ਨਾ ਛੱਡਿਓ। ਜਿੰਨਾ ਪੜ੍ਹਦਾ ਹੈ ਉਹ ਤੋਂ ਦੁੱਗਣਾ ਪੜ੍ਹਾਇਆ ਜਾਵੇ। ਮੇ ਸੁਤ ਹੋਤ ਸੋ ਦੇਹੋ ਪੜ੍ਹਾਏ, ਪੜ੍ਹਾਏ ਤੂਰਨ ਹੈ ਮਤ ਮੰਦਾ। ਤੇ ਫਿਰ ਮੁੱਲਾ ਜੀ ਨੂੰ ਪਿਤਾ ਨੇ ਇਹ ਗੱਲ ਪਹਿਲਾਂ ਕਹਿਤੀ, ਕਹਿੰਦੇ ਮੇਰਾ ਪੁੱਤ ਇੰਟੈਲੀਜੈਂਟ ਬਹੁਤ ਹੈ, ਹੁਸ਼ਿਆਰ ਬੜਾ ਹੈ, ਬੁੱਧੀਵਾਨ ਬੜਾ ਹੈ, ਇਹਦੀ ਪਕੜ ਬਹੁਤ ਤੇਜ਼ ਹੈ। ਬੜੇ ਸੁਭਾਵਾਂ ਦੇ ਬੱਚੇ ਹੁੰਦੇ, ਕਈ ਤੇ ਇਹੋ ਜਿਹੇ ਹੁੰਦੇ ਆ ਇੱਕ ਵਾਰ ਇੱਕ ਗੱਲ ਕਿਸੇ ਨੇ ਕਹਿਤੀ ਨਾ ਜ਼ਿੰਦਗੀ ਭਰ ਯਾਦ ਰਹਿੰਦੀ। ਇੱਕ ਉਹ ਹੈ ਉਹਨੂੰ 20 ਵਾਰ ਦੱਸੀ ਚਲੋ ਇਹਨੂੰ ਏਦਾਂ ਬੋਲਣਾ ਆਏ, ਮੋਟਾ ਬੁੱਝ ਦਿਮਾਗ ਹੁੰਦਾ, ਪੈਂਦਾ ਨਹੀਂ ਪਤਾ। ਤੇ ਬਾਕੀ ਬੱਚੇ ਜਿਹੜੇ ਕੋਲ ਬੈਠੇ ਸੀ ਨਾ ਸਾਰੇ, ਉਹ ਬੜੇ ਹੈਰਾਨ ਕਿਉਂਕਿ ਉਹ ਵਿਚਾਰੇ ਰੱਟਿਆਂ ਵਾਲੇ ਆ। ਮੁੱਲਾ ਜੀ ਜੋ ਪੜ੍ਹਾਉਂਦੇ ਆ ਉਹ ਕਈ ਦਿਨ ਯਾਦ ਨਹੀਂ ਹੁੰਦਾ ਕਿਉਂਕਿ ਫਾਰਸੀ ਦੇ ਅਲਫਾਜ਼ ਸ਼ਬਦ ਇੰਨੇ ਔਖੇ ਆ, ਕੱਲ ਦੇ ਦਿਨਾਂ ਦੇ ਵਿੱਚ ਉਹ ਸ਼ਬਦ ਆਉਣਗੇ। ਤੁਸੀਂ ਵੇਖਿਓ ਸਾਡੇ ਤੋਂ ਅੱਧੇ ਪਾਠੀਆਂ ਤੋਂ ਬੋਲੇ ਨਹੀਂ ਜਾਂਦੇ, ਅਰਥ ਕਰਨੇ ਦੇ ਬੜੇ ਔਖੇ ਕੰਮ ਨੇ, ਬੋਲੇ ਨਹੀਂ ਜਾਂਦੇ। ਕਿਤੇ ਸ਼ੁੱਧ ਉਚਾਰਨ ਅਸੀਂ ਕਰ ਲਈਏ ਇੰਨਾ ਹੀ ਸਾਡੇ ਲਈ ਕਾਫੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖ ਕੇ ਮੁੱਲਾ ਖੁਸ਼ ਵੀ ਬੜਾ ਹੈ ਵੀ ਜੇ ਬੱਚਾ ਬੁੱਧੀਵਾਨ ਹੈ, ਟੀਚਰ ਦਾ ਧਰਮ ਹੁੰਦਾ ਪੜ੍ਹਾਉਣਾ। ਟੀਚਰ ਕਦੇ ਆਪਣੇ ਲਈ ਨਹੀਂ ਪੜ੍ਹਾਉਂਦਾ, ਉਹ ਕੋਸ਼ਿਸ਼ ਕਰਦਾ ਬੱਚੇ ਦਾ ਫਿਊਚਰ ਬਣੇ, ਜੀਵਨ ਬਣੇ। ਨਾਨਕ ਜੀ ਤੋਂ ਉਹਨਾਂ ਨਾਂ ਪੁੱਛਿਆ, ਗੁਰੂ ਸਾਹਿਬ ਨੇ ਆਪਣਾ ਨਾਂ ਨਾਨਕ ਦੱਸਿਆ। ਐਜ਼ ਦੇ ਬੱਚੇ ਜਿੱਦਾਂ ਆਮ ਬੱਚੇ ਹੁੰਦੇ ਆ, ਇੰਟਰੋ ਹੋਈ ਦੋਨੇ ਪਾਸਿਆਂ ਤੋਂ। ਮੁੱਲਾ ਜੀ ਨੇ ਉਹਨਾਂ ਨੂੰ ਕੁਛ ਪੁੱਛਿਆ ਪਿਤਾ ਦੇ ਹੁੰਦਿਆਂ, ਗੁਰੂ ਸਾਹਿਬ ਨੇ ਵੀ ਜਵਾਬ ਦੇਤੇ ਜੋ ਪੁੱਛਿਆ। ਉਮਰ ਕਿੰਨੀ ਹੈ? ਪੁੱਤਰ ਪੜ੍ਹੇਗਾ? ਮਤ ਕਹਿੰਦੇ ਹਾਂਜੀ, ਕਿਉਂਕਿ ਪਿਤਾ ਜੀ ਦਾ ਮਾਨ ਸਨਮਾਨ ਹੈ, ਉਹ ਨਾਲ ਆਏ ਹੋਏ ਆ। ਪੜ੍ਹਨਾ ਨਾ ਪੜ੍ਹਨਾ ਤੇ ਬਾਅਦ ਦੀਆਂ ਗੱਲਾਂ ਨੇ, ਮਾਪਿਆਂ ਦੇ ਸਾਹਮਣੇ ਥੋੜਾ ਕੁਛ ਕਹਿਣਾ ਏਦਾਂ ਦਾ। ਤੇ ਮੁੱਲਾ ਜੀ ਖੁਸ਼ ਬੜੇ ਸੀ ਪਰ ਪਿਤਾ ਜੀ ਕਹਿੰਦੇ ਮੇਰਾ ਪੁੱਤ ਬੁੱਧੀਵਾਨ ਅਕਲਮੰਦ ਬੜਾ ਹੈ। ਵੇਖਿਓ ਮੁੱਲਾ ਜੀ ਬਾਕੀ ਬੱਚਿਆਂ ਤੋਂ ਛੇਤੀ ਪੜ੍ਹ ਜੂਗਾ। ਉਹ ਲੋੜ ਤੋਂ ਵੱਧ ਕੇ ਵੀ ਤਾਰੀਫ ਮਾੜੀ ਹੁੰਦੀ ਆ। ਆਖੋ ਸਤਿਨਾਮ। ਕਦੇ ਜੇ ਨਿਆਣਿਆਂ ਦੀ ਤਾਰੀਫ ਸਿਆਣੇ ਬੰਦੇ ਕਦੇ ਕਿਸੇ ਦੇ ਸਾਹਮਣੇ ਨਹੀਂ ਕਰਦੇ, ਜਿੱਦਣ ਕਰਤੀ ਬਸ ਗਏ ਹੱਥਾਂ ਚੋਂ। ਉਹਨਾਂ ਨੂੰ ਪਤਾ ਮਾੜਾ ਵੀ ਕਰਕੇ ਆਵਾਂਗੇ, ਮਾਂ ਪਿਓ ਮੋਹ ਦੇ ਅੰਨੇ ਆ, ਮਾਰਨੇ ਪੰਪ ਹੀ ਉਹਨਾਂ ਨੇ, ਕਰਨੀਆਂ ਤਾਰੀਫਾਂ ਹੀ ਨਹੀਂ ਉਹਨਾਂ ਨੇ। ਤੇ ਗੁਰੂ ਸਾਹਿਬ ਦੇ ਪਿਤਾ ਜੀ ਨੇ ਕਰ ਦਿੱਤੀ ਤਾਰੀਫ, ਮਰਦ ਨੂੰ ਨਹੀਂ ਲੱਗੀ ਉਹ ਚੰਗੀ। ਸੱਚੀ ਪਾਤਸ਼ਾਹ ਬੜੇ ਹੈਰਾਨ ਵੀ ਪਿਤਾ ਜੀ ਸਾਡੀ ਜਿੱਥੇ ਜਾਂਦੇ ਆ ਜਾ ਤੇ ਕਹਿ ਦਿੰਦੇ ਮੇਰਾ ਪੁੱਤ ਢੀਠ ਬੜਾ ਹੈ, ਕਿਤੇ ਦੇ ਹੀ ਕਹਿ ਦਿੰਦੇ ਜਾ ਕੇ। ਪੱਦ ਨੂੰ ਵੀ ਕਿਹਾ ਸੀ ਪੜ੍ਹਦਾ ਪੁੜਦਾ ਨਹੀਂ, ਧਿਆਨ ਰੱਖੀ ਇਹਦਾ। ਅੱਜ ਇੱਥੇ ਪਹਿਲਾ ਦਿਨ ਹੈ, ਕਹਿੰਦੇ ਮੇਰਾ ਪੁੱਤ ਸਿਆਣਾ ਬੜਾ ਹੈ, ਸੂਝਵਾਨ ਬੜਾ, ਇਹਨੂੰ ਵੱਧ ਪੜ੍ਹਾਈ, ਮਤਲਬ ਡਬਲ ਵਰਡ ਪਾ ਦਿਓ, ਡਬਲ ਪ੍ਰਭਾਵ। ਇਹ ਵੀ ਮਾੜਾ ਨਾ, ਤੁਸੀਂ ਜਾ ਕੇ ਟੀਚਰ ਕੋਲ ਆਖੋ ਜੀ ਸਾਡਾ ਬੱਚਾ ਬੜਾ ਇੰਟੈਲੀਜੈਂਟ, ਇਹਨੂੰ ਬੱਚਿਆਂ ਤੋਂ ਵੱਧ ਪੜ੍ਹਾਇਓ। ਜਿੰਨਾ ਕੁ ਵਿਚਾਰਾ ਯਾਦ ਕਰਦਾ ਉਹ ਦੁੱਗਣਾ ਵਜਨ ਉਹਦੇ ਤੇ ਪਾ ਦਿੰਦੇ ਨੇ। ਉਹ ਤਾਂ ਇਹ ਕਰ ਫਿਰ ਦੋ ਕਲਾਸਾਂ ਦਾ ਸਿਲੇਬਸ ਚੋਂ ਗਿਆਨ ਪ੍ਰੈਸ਼ਨ ਤੇ ਜਾਂ ਫਿਰ ਕਹਿ ਦੇਣਗੇ ਢੀਠ। ਅਗਲਾ ਕਹਿੰਦਾ ਯਾਰ ਕਹਿੰਦੇ ਤੇ ਹੈਗੇ ਆਪਾਂ ਕੀ ਪੜ੍ਹਨਾ ਹੈ, ਬਾਪੂ ਦੇ ਰੋਜ਼ ਹੀ ਕਹੀ ਜਾਂਦਾ ਪੜ੍ਹਦਾ ਪੁੜਦਾ ਹੈ ਨਹੀਂ, ਨਲਾਇਕ ਹੈਗੀ। ਕਦੇ ਵੀ ਇਹੋ ਜਿਹੀਆਂ ਗੱਲਾਂ ਨਾ ਕਰੀਏ। ਤੇ ਹੁਣ ਪਿਤਾ ਜੀ ਨੇ ਕਰ ਦਿੱਤੀ ਗੱਲ, ਕਹਿੰਦੇ ਪੁੱਤ ਸਿਆਣਾ ਬੜਾ ਹੈ। ਗੁਰੂ ਸਾਹਿਬ ਤੋਂ ਮੁੱਲਾ ਜੀ ਨੇ ਕਈ ਗੱਲਾਂ ਪੁੱਛੀਆਂ ਤੇ ਮਹਾਰਾਜ ਨੇ ਸਾਰੀਆਂ ਗੱਲਾਂ ਦੇ ਜਵਾਬ ਦੇ ਦਿੱਤੇ। ਪਿਤਾ ਖੁਸ਼ ਬੜੇ ਆ, ਕਹਿੰਦੇ ਸ਼ੁਕਰ ਹੈ ਫਾਰਸੀ ਵਾਲੇ ਪਾਸੇ ਹੱਥ ਅਜਮਾਉਣ ਲੱਗਿਆ ਪੁੱਤ ਮੇਰਾ।
इस पासे पास हो जूगा। रोज भलो मुझ देहो बताई, वैसा वो आन पड़े तू आनंदा। ते फिर पिता जी फिर आखन लगे आ मुल्ला जी नूं, कहंदे कुतुबुद्दीन जी तुसीं ये दसो भी तुहाडी भेटा किन्नी है, रोज नाम है तनख्वाह दा, क्योंकि मदरसिਆਂ ਦੇ ਵਿੱਚ तनख्वाह वाला हिसाब ਹੁੰਦਾ है भी किस बच्चे ने किन्ने पैसे महीने ਦੇ देने ਆ। ਜਿਵੇਂ ਹੁਣ ਤੇ ਸਕੂਲਾਂ ਦੇ ਕੰਮ ਹੋਰ ਤਰ੍ਹਾਂ ਹੋ ਗਏ ਨਾ, ਅੱਗੇ ਸਰਕਾਰੀ ਸਕੂਲਾਂ 'ਚ ਕੀ ਹੁੰਦਾ ਸੀ 10 ਰੁਪਏ ਮਹੀਨਾ 5 ਰੁਪਏ ਮਹੀਨਾ ਸਿੱਧਾ ਜੀ ਹਿਸਾਬ ਹੁੰਦਾ ਸੀ ਕਿ ਮਹੀਨੇ ਦੇ 10 ਰੁਪਏ ਦੇਣੇ ਆ ਸਕੂਲ ਦੇ। ਤੇ ਫਿਰ ਪ੍ਰਾਈਵੇਟੇਸ਼ਨ ਦਾ ਕੰਮ ਆਇਆ ਅੱਜ ਤੋਂ 30-35 ਸਾਲ ਪਹਿਲਾਂ, ਤੇ ਫੀਸਾਂ ਹੁਣ ਸਿਰੇ ਲੱਗੀਆਂ ਪਈਆਂ ਨੇ। ਹੁਣ ਤੇ ਅਗਲਾ ਪਹਿਲਾਂ ਹੀ ਭਰਾ ਲੈਂਦਾ 2 ਲੱਖ ਰੁਪਈਆ, ਬੱਚਾ ਅੱਜ ਆਵੇ ਨਾ ਆਵੇ ਕੋਈ ਫਰਕ ਨਹੀਂ ਪੈਂਦਾ, ਆਪਾਂ ਤੇ 1 ਸਾਲ ਦਾ ਰੈਂਟ ਕੱਢ ਲਿਆ, ਪੜ੍ਹੇ ਨਾ ਪੜ੍ਹੇ ਉਹਦੀ ਮਰਜ਼ੀ ਹੈ। ਹੁਣ ਉਹਨਾਂ ਸਮਿਆਂ ਦੇ ਵਿੱਚ ਫੀਸ ਪੁੱਛੀ ਗਈ, ਮੁੱਲਾ ਜੀ ਹੱਥ ਜੋੜ ਕੇ ਕਹਿੰਦੇ ਕਲਿਆਣ ਚੰਦ ਜੀ ਤੁਸੀਂ ਆ ਗਈ ਨਹੀਂ ਪੜ੍ਹਿਆ, ਮੇਰੀ ਕੋਈ ਮੰਗ ਨਹੀਂ, ਤੁਸੀਂ ਜੋ ਦੇ ਦੋਗੇ ਜਿੰਨਾ ਤੁਹਾਡਾ ਬੱਚਾ ਪੜ੍ਹੇਗਾ ਤੁਹਾਡੀ ਖੁਸ਼ੀ ਹੈ, ਮੈਨੂੰ ਕਬੂਲ ਹੈ, ਕਿਉਂਕਿ ਵਿਦਿਆ ਵੇਚੀ ਨਹੀਂ ਜਾਂਦੀ। ਮੁੱਲਾ ਜੀ ਇਹ ਗੱਲ ਜਾਣਦੇ ਸੀ ਵੀ ਜੇ ਕੋਈ ਬੱਚੇ ਦੀ ਹੈਸੀਅਤ ਹੈ ਤਨਖਾਹ ਜਾਂ ਫੀਸ ਦੇਣ ਦੀ ਦੇ ਸਕਦਾ, ਭਾਈ ਜੀ ਦੇ ਕੋਲ ਨਹੀਂ ਕੋਈ ਧੱਕਾ ਨਹੀਂ, ਕਿਉਂਕਿ ਪੜ੍ਹਾਈ ਪੈਸਿਆਂ ਦੀ ਮੁਹਤਾਜ ਨਹੀਂ ਹੈ। ਵਿਦਿਆ ਮਾਇਆ ਨਹੀਂ ਮੰਗਦੀ, ਵਿਦਿਆ ਸਮਾਂ ਮੰਗਦੀ ਹੈ, ਵਿਦਿਆ ਧਿਆਨ ਮੰਗਦੀ ਹੈ। ਪਰ ਪੜ੍ਹਾਉਣ ਵਾਲੇ ਬੜੇ ਹੁੰਦੇ, ਅੱਜ ਵੀ ਤੁਸੀਂ ਵੇਖੋ ਬੜੇ ਇੱਦਾਂ ਦੇ ਲੋਕ ਨੇ ਆਪਣੇ ਪੰਜਾਬ ਦੀ ਧਰਤੀ ਤੇ, ਬੜੀਆਂ ਧੀਆਂ ਬੜੇ ਬੱਚੇ ਇੱਦਾਂ ਦੇ ਜਿਹੜੇ ਗਰੀਬ ਬੱਚਿਆਂ ਨੂੰ ਟਿਊਸ਼ਨ ਫ੍ਰੀ ਪੜ੍ਹਾਉਂਦੇ ਆ। ਉਹ ਕਹਿੰਦੇ ਸਾਡੀ ਸੇਵਾ ਇਹ ਦਸਵੰਧ ਕੱਢਣ ਦੇ ਤਰੀਕੇ ਬਣੇ ਆ ਨਾ, ਜੇ ਤੁਸੀਂ ਮਾਇਆ ਕਰਕੇ ਦਸਵੰਧ ਨਹੀਂ ਕੱਢ ਸਕਦੇ, ਕਿਸੇ ਬੱਚੇ ਨੂੰ ਪਾਠ ਸਿਖਾ ਦਿਓ, ਕਿਸੇ ਨੂੰ ਵਿਦਿਆ ਪੜ੍ਹਾ ਦਿਓ, ਟਿਊਸ਼ਨ ਪੜ੍ਹਾ ਦਿਓ, ਇਹ ਸਭ ਤੋਂ ਵੱਡਾ ਪੁੰਨ ਹੈ, ਸਭ ਤੋਂ ਵੱਡਾ ਪੁੰਨ ਹੈ ਦੁਨੀਆ। ਤੇ ਮੁੱਲਾ ਜੀ ਕਹਿੰਦੇ ਮੇਰੀ ਕੋਈ ਮੰਗ ਨਹੀਂ ਹੈ, ਤੁਸੀਂ ਨਾਨਕ ਜੀ ਨੂੰ ਰੋਜ਼ ਭੇਜ ਦਿਆ ਕਰੋ ਰੂਟੀਨ ਦੇ ਨਾਲ, ਇਹ ਆਇਆ ਕਰਨਗੇ, ਬਾਕੀ ਬੱਚਿਆਂ ਨਾਲ ਮੈਂ ਛੇਤੀ ਰਲਾ ਦਿਆਂਗਾ। ਅੱਜ ਵੀ ਕੋਈ ਬੱਚਾ 2 ਮਹੀਨੇ ਸਕੂਲ 'ਚ ਲੇਟ ਲੱਗੇਗਾ ਤੇ ਟੀਚਰਾਂ ਦਾ ਜ਼ੋਰ ਉਹਦੇ 'ਤੇ ਲੱਗ ਜਾਂਦਾ ਵੀ ਬਾਕੀਆਂ ਦੇ ਬਰਾਬਰ ਕਰ ਦਈਏ, ਇਹਨੂੰ ਸਿਲੇਬਸ ਉੱਥੇ ਬਚਾ ਦਈਏ। ਤੇ ਫਿਰ ਮੁੱਲਾ ਜੀ ਆਖਣ ਲੱਗੇ ਵੀ ਤੁਸੀਂ ਕਈ ਦਿਨ ਲੇਟ ਹੋ ਗਏ ਹੋ, ਮੈਂ ਕੋਸ਼ਿਸ਼ ਕਰਾਂਗਾ ਨਾਨਕ ਜੀ ਨੂੰ ਬਾਕੀ ਬੱਚਿਆਂ ਦੇ ਬਰਾਬਰ ਕਰਦੇ ਆ, ਪਰ ਇਹ ਆਉਣ ਰੂਟੀਨ 'ਚ, ਇਹ ਨਾ ਹੋਵੇ ਇੱਕ ਦਿਨ ਆਏ 4 ਦਿਨ ਆਉਣਾ ਨਹੀਂ ਤੇ ਫਿਰ ਟੀਚਰ ਕੀ ਕਰੂ, ਮੁੱਲਾ ਕੀ ਕਰੂਗਾ। ਪਿਤਾ ਜੀ ਕਹਿੰਦੇ ਕੋਈ ਨਹੀਂ, ਮੈਂ ਛੱਡ ਕੇ ਜਾਇਆ ਕਰਾਂ, ਮੈਂ ਹੀ ਲੈ ਜਾਇਆ ਕਰਾਂ, ਪਰ ਤੁਸੀਂ ਕਿਰਪਾ ਕਰਿਓ, ਬੱਚਾ ਸਿਆਣਾ ਬਹੁਤ ਹੈ, ਇਹਨੂੰ ਪਿਆਰ ਦੇ ਨਾਲ ਪੜ੍ਹਾਉਣਾ ਏ। ਕਬਿਤ ਬੈਨ ਜੋ ਮਲਾਨੀ ਪਨੇ, ਸੁਬਹ ਦਿਵਸ ਪਲੋ, ਮਕਤਬ ਮਾਹੀ ਫਰਜੰਦ ਕੋ ਬਿਠਾਈਏ। ਤੇ ਫਿਰ ਮੁੱਲਾ ਜੀ ਕਹਿੰਦੇ ਏਦਾਂ ਕਰਿਓ, ਮੇਰੀ ਬੇਨਤੀ ਹੈ ਤੁਸੀਂ ਅੱਜ ਨਾਨਕ ਜੀ ਨੂੰ ਨਾਲ ਹੀ ਲੈ ਜਾਓ, ਮੈਂ ਅੱਜ ਇਹਨਾਂ ਨੂੰ ਨਹੀਂ ਰੱਖਣਾ ਇੱਥੇ ਮਦਰਸੇ 'ਚ। ਕਿਉਂ? ਕਹਿੰਦਾ ਕੱਲ ਦਾ ਜਿਹੜਾ ਦਿਨ ਹੈ ਬੜਾ ਮਹਾਨ ਹੈ। ਕੱਲ ਕੀ ਹੈ? ਜੁਮਾ। ਮਕਤਬ ਕਿਹਨੂੰ ਕਹਿੰਦੇ ਆ ਜੀ? ਮਕਤਬ ਸ਼ਬਦ ਆ ਨਾ ਜਿਹੜਾ, ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਹੁੰਦਾ ਹੈ ਮਦਰਸਾ। ਤੁਸੀਂ ਕਹਿੰਦੇ ਕੱਲ ਜੁਮੇ ਦੇ ਸਮੇਂ ਲੈ ਆਇਓ, ਨਮਾਜ਼ ਅਦਾ ਕਰਨ ਤੋਂ ਬਾਅਦ ਪਹਿਲਾ ਦਿਨ, ਕਿਉਂਕਿ ਇਸਲਾਮ ਦੇ ਵਿੱਚ ਜੁਮਾ ਬਹੁਤ ਵੱਡਾ ਦਿਨ ਮੰਨਿਆ ਜਾਂਦਾ ਹੈ। ਸਿੱਖੀ 'ਚ ਇਹੋ ਜਿਹਾ ਕੋਈ ਰੁਝਾਨ ਨਹੀਂ, ਸਾਡੇ ਕੋਈ ਦਿਨ ਖਾਸ ਨਹੀਂ, ਕੋਈ ਦਿਨ ਮਾੜਾ ਨਹੀਂ, ਸਾਰੇ ਇੱਕੋ ਜਿਹੇ ਆ। ਸਨਾਤਨ ਮੱਤ ਵਾਲੇ ਕੋਈ ਵੀਰਵਾਰ ਜਾਂ ਮੰਗਲਵਾਰ ਜਾਂ ਸੋਮਵਾਰ ਨੂੰ ਚੰਗਾ ਮੰਨਦੇ ਆ, ਵਰਤ ਰੱਖਦੇ ਉਸ ਹਿਸਾਬ ਨਾਲ, ਪਰ ਸਿੱਖੀ 'ਚ ਇਹੋ ਜਿਹਾ ਕੋਈ ਵਹਿਮ ਨਹੀਂ, ਕੋਈ ਪਖੰਡ ਨਹੀਂ, ਭਾਵੇਂ ਮੰਗਲਵਾਰ, ਭਾਵੇਂ ਵੀਰਵਾਰ, ਭਾਵੇਂ ਸ਼ੁੱਕਰਵਾਰ। ਮਰਦ ਕਹਿੰਦੇ ਮਹਾ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਦਿਨ ਸਾਰੇ ਮਹੀਨੇ ਚੰਗੇ, ਦਿਨ ਵਾਰ ਦੀ ਤੇ ਗਿਣਨੇ ਕੁਛ ਨਹੀਂ। ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਹੋਣਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਰੱਬ ਨੇ ਕਦੇ ਥਿਤ ਵਾਰ ਵੇਖੀ ਹੈ? ਉਹਨੇ ਜਦ ਸ੍ਰਿਸ਼ਟੀ ਬਣਾਈ ਆ ਤੇ ਹੈ ਹੀ ਨਹੀਂ ਸੀ, ਤੇ ਬਾਅਦ ਵਿੱਚੋਂ ਕਾਢਾਂ ਨਿਕਲੀਆਂ ਵੀ ਅੱਜ ਜੁਮਾ, ਅੱਜ ਸ਼ਨੀਵਾਰ, ਅੱਜ ਐਤਵਾਰ ਹੈ। 1857 ਤੋਂ ਪਹਿਲਾਂ ਐਤਵਾਰ ਦੀ ਛੁੱਟੀ ਨਹੀਂ ਸੀ ਹੁੰਦੀ, ਇਹਦੇ ਤੋਂ ਬਾਅਦ 'ਚ ਚਲੀ ਜਾਂਦੇ। ਦਿਨ ਸਾਰੇ ਸੀ ਤੇ ਦਿਨਾਂ ਦੇ ਨਾਂ ਤੇ ਗ੍ਰਹਿ ਸੀ, ਗ੍ਰਹਿਾਂ ਦੇ ਨਾਂ ਤੇ ਦਿਨ ਰੱਖਦੇ। ਹੁਣ ਇਹਨਾਂ ਵਾਰਾਂ ਤੇ ਦਿਨਾਂ ਦੀ ਗੁਰੂ ਸਾਹਿਬ ਵਿਚਾਰ ਨਹੀਂ ਕਰਦੇ, ਪਰ ਪਾਦਾ ਜੀ ਨੇ, ਮਾਫ ਕਰਿਓ, ਮੁੱਲਾ ਜੀ ਨੇ ਕਹਿ ਦਿੱਤਾ ਵੀ ਮਕਤਬ ਦੇ ਵਿੱਚ ਤੁਸੀਂ ਜੁਮੇ ਵਾਲੇ ਦਿਨ ਆਉਣਾ, ਮਤਲਬ ਸਵੇਰੇ। ਪਿਤਾ ਜੀ ਕਹਿੰਦੇ ਠੀਕ ਹੈ। ਉਹ ਕਹਿੰਦੇ ਸ਼ੁਭ ਦਿਨ ਹੈ, ਜਿਵੇਂ ਆਪਣੇ ਨਹੀਂ ਪਿੰਡਾਂ ਪਿੰਡਾਂ 'ਚ ਕਹਿੰਦੇ ਹੁੰਦੇ ਆ ਬੁੱਧ ਕੰਮ ਸੁੱਧ, ਵੀ ਅੱਜ ਬੁੱਧਵਾਰ ਦਾ ਦਿਨ ਆ ਜੀ, ਅੱਜ ਚੰਗਾ ਕੰਮ ਹੈ। ਤੇ ਧਿਆਨ ਰੱਖਿਓ ਜੇ ਸ਼ਨੀਵਾਰ ਮੰਗਲਵਾਰ ਵਾਲੇ ਦਿਨ ਮੁੰਡਾ ਜੰਮਿਆ ਘਰੇ ਨਾ ਲੈ ਆਇਓ, ਆਖੋ ਸਤਿਨਾਮ, ਹਸਪੀਟਲ
कोई छड्ड आयो दिन माड़ा है, वीरवार भी चंगा नहीं। साडे कित्थे पखंड फड़े लोकां अपने मतलब का काम होवे ते दिन चंगा है, ते जे देखना कि इत्थे कोई हिसाब जा नहीं बनता कहते दिन माड़ा। गुरु साहब बड़े खुश होए, पिता जी कहते पुत कल नूं आउणा है, मुल्ला जी दे आके पैरी हत्थ लाउणे आ, ਜਿਹੜੀ ਜਿਹੜੀ चीज़ पढ़ाउंदे आ तुसीं पढ़नी है, उलांभा नहीं होना चाहिए। हस के महाराज कहते नहीं पिता जी नहीं होता लांभा। देखो पहले ही पक्के करी जाते, क्यों करते आ? क्योंकि पादा जी दे कोल सारा कुछ पिता जी वेख के आए आ, वो इस करके डरदे ने भी उही काम इत्थे होवे ना। एत सो पढ़ाओ ना खिलाप तुझ संग गाओ, हेरो होशवंद अब धाम निज जाइए। जाते जाते पिता जी मुल्ला जी नूं पता की कहंदे, कहंदे मेरे पुੱਤ ਨੂੰ ਪ੍ਰੇਮ ਨਾਲ ਪੜ੍ਹਾਈ ਤੇ ਪੜ੍ਹਾਈ ਹੋਸ਼ ਨਾਲ, ਵੇਖੀ ਕਿਤੇ ਲੜਾਈ ਝਗੜੇ ਗਾਲਾਂ ਗੂਲਾਂ ਵਾਲੇ ਕੰਮ ਜਿਨਾ ਕਰਦੀਆਂ ਸਭ ਨਾਮ ਤੇ ਮੁੱਲਾ ਜੀ ਨੂੰ ਫਿਕਰ ਪੈ ਗਿਆ। ਪਿਤਾ ਜੀ ਨੇ ਸਪਸ਼ਟ ਕਿਹਾ, ਭਾਈ ਬਾਲਾ ਜੀ ਸੁਣਾ ਰਹੇ ਆ, ਕਹਿੰਦੇ ਇਹ ਨਾ ਹੋਵੇ ਅੱਜ ਮੈਂ ਤੇਰੇ ਅੱਗੇ ਹੱਥ ਜੋੜਦਾ ਤੇ ਕੱਲ ਨੂੰ ਮੈਨੂੰ ਬੋਲਣਾ ਪਵੇ। ਮਾਤਾ ਜੀ ਕੋਲ ਗਏ ਸੀ ਨਾ, ਤੂੰ ਤੇ ਕਹਿੰਦਾ ਸੀ ਮੈਂ ਪੜ੍ਹਾ ਦਿਆਂਗਾ, ਆਹ ਕੀ ਕੀਤਾ? ਨਾਨਕ ਦੇ ਭੱਜ ਗਿਆ ਸਕੂਲ ਚ। ਉਹ ਇਦਾਂ ਬੋਲੇ ਸੀ ਪਿਤਾ ਜੀ ਤੇ ਪਾਦਾ ਜੀ ਹੱਥ ਜੋੜਦੇ ਸੀ, ਕਹਿੰਦੇ ਮੈਨੂੰ ਮਾਫ ਕਰੋ ਮੈਂ ਨਹੀਂ ਪੜ੍ਹਾ ਸਕਦਾ। ਬੜੇ ਮਹਾਨ ਪੁਰਸ਼ ਨੇ ਤੇ ਪਿਤਾ ਪਹਿਲਾਂ ਹੀ ਕਹਿ ਗਏ, ਵੇਖਿਓ ਮੁੱਲਾ ਜੀ ਪ੍ਰੇਮ ਕਰਿਓ ਪ੍ਰੇਮ, ਤੇ ਨਾਲੇ ਨਾਨਕ ਨੂੰ ਨਾ ਖੇਡਣ ਦਾ ਸ਼ੌਂਕ ਬੜਾ, ਇਹਨੂੰ ਖੇਡਣ ਖੁੱਡਣ ਦਾ ਇੱਥੇ ਪਾਇਓ। ਮੈਂ ਮਦਰਸੇ ਵਿੱਚ ਪੜ੍ਹਨ ਵਾਸਤੇ ਭੇਜਿਆ ਵੀ ਅੱਧੀ ਛੁੱਟੀ ਵੀ ਕੈਂਸਲ ਹੈ, ਉਹ ਵੀ ਨਾ ਖੜਾਇਓ ਇਹਨਾਂ ਨੂੰ, ਕਿਉਂਕਿ ਜਿੱਥੇ ਖੇਡਣ ਲੱਗੇ ਫਿਰ ਤੇਰੇ ਪੜ੍ਹਦੇ ਦੂਜੇ ਵੀ ਨਹੀਂ ਆਖ ਸਕਦਾ। ਪਤਾ ਪਿਤਾ ਨੂੰ ਇਹ ਵੀ ਹੈ ਵੀ ਜੇ ਬੱਚੇ ਇਹਨਾਂ ਦਾ ਸੰਗ ਕਰਨ ਲੱਗੇ ਨਾ ਬੇਪਰਵਾਹ ਹੋ ਜਾਣਗੇ। ਬੇਸ਼ੱਕ ਪਿਤਾ ਜੀ ਦੁਨਿਆਵੀ ਤਨ ਤੇ ਸੋਚਦੇ ਆ, ਪਰ ਉਹ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨਾਲ ਗੁਰੂ ਸਾਹਿਬ ਆਪ ਬੈਠਣਗੇ ਤੇ ਕਰਮਾਂ ਵਾਲੇ ਹੋਣਗੇ। ਤੇ ਮੁੱਲਾ ਜੀ ਕਹਿੰਦੇ ਜੀ ਚਿੰਤਾ ਹੀ ਨਾ ਕਰੋ ਤੁਸੀਂ, ਕਿਉਂਕਿ ਹਰ ਟੀਚਰ ਨੂੰ ਆਪਣੇ ਆਪ ਤੇ ਮਾਣ ਹੁੰਦਾ ਵੀ ਮੈਂ ਐਜੂਕੇਟ ਬੜਾ, ਮੈਨੂੰ ਬੋਲਣ ਦਾ ਸਲੀਕਾ ਬੜਾ, ਤੇ ਮੈਂ ਬੱਚੇ ਨੂੰ ਆਪਣੇ ਹਿਸਾਬ ਨਾਲ ਹੈਂਡਲ ਕਰ ਲਿਆ। ਸ਼ੁਕਰੀਆ ਦਾ ਕੀ। ਪਿਤਾ ਜੀ ਨਾਨਕ ਜੀ ਦੀ ਉਂਗਲ ਫੜ ਕੇ ਆਪਣੇ ਪੁੱਤਰ ਦੀ ਘਰ ਨੂੰ ਫਿਰ ਚਾਲੇ ਪਾਏ ਨੇ। ਕਾਲੂ ਤਬ ਗਇਓ ਰਹਿਣ ਭਈ ਖਾਨ ਪਾਨ ਕੀਓ, ਭੋਰ ਸੋ ਬਹੋਰ ਉਠ ਦੇਖਿਓ ਸੁਖ ਦਾਈਏ। ਕਹਿੰਦੇ ਅੱਜ ਰਾਤ ਨੂੰ ਇਕੱਠਿਆਂ ਬਹਿ ਕੇ ਭੋਜਨ ਕੀਤਾ। ਪਿਤਾ ਜੀ ਆਪਣੇ ਪੁੱਤਰ ਨੂੰ ਇੱਕੋ ਹੀ ਪੱਟੀ ਪੜ੍ਹਾਈ ਜਾਂਦੇ, ਪੁੱਤ ਪਾਦੇ ਵਾਂਗੂ ਨਾ ਕਰੀ, ਮੁੱਲਾ ਜੀ ਦਾ ਬਹੁਤ ਸੁਭਾਅ ਚੰਗਾ ਏ, ਕੋਲ ਬਹਿ ਕੇ ਵੱਧ ਤੋਂ ਵੱਧ ਪੜ੍ਹਿਓ, ਇਹ ਪੜ੍ਹਾਈ ਤੁਹਾਡੇ ਕੰਮ ਆਉਣੀ ਮੇਰੇ ਨਹੀਂ ਆਉਣੀ। ਡਿਪਰੈਸ਼ਨ ਚ ਕਰਨ ਵਾਲੀ ਗੱਲ ਆ। ਇੱਕ ਤੇ ਸਕੂਲ ਵਾਲੇ ਨਹੀਂ ਖਹਿੜਾ ਛੱਡਦੇ ਜਵਾਕਾਂ ਦਾ ਸਾਰਾ ਦਿਨ, ਫਿਰ ਘਰੇ ਨਿਆਣਿਆਂ ਨੂੰ ਮਾਂ ਬਾਪ ਝਿੜਕੀ ਜਾਂਦੇ, ਕਿਤਾਬਾਂ ਚੱਕ ਲਾ, ਪੜ੍ਹਦਾ 2 ਅੱਖਰ। ਉਹ ਕਹਿੰਦੇ ਯਾਰ ਮਰਨਾ ਹੀ ਚੰਗਾ ਇਹਦੇ ਨਾਲ, ਕਰੀਏ ਕੀ, ਜਾਈਏ ਕਿੱਧਰ ਨੂੰ। ਤੇ ਗੁਰੂ ਸਾਹਿਬ ਦੇ ਪਿਤਾ ਜੀ ਪਹਿਲਾਂ ਹੀ ਅਜੇ ਮਹਾਰਾਜ ਸਵੇਰੇ ਸਵੇਰੇ ਉੱਠੇ ਆ, ਇਸ਼ਨਾਨ ਕਰਕੇ ਭੋਜਨ ਕੀਤਾ, ਪਹਿਲੇ ਪੱਟੀ ਪੜ੍ਹਾਈ ਜਾਂਦੇ, ਕਹਿੰਦੇ ਪੁੱਤ ਲਾਂਭਾ ਨਾ ਲੈ ਕੇ ਆਈ, ਕਿਉਂਕਿ ਬਾਪੂ ਜੀ ਨੂੰ ਪਤਾ ਵੀ ਪਹਿਲੇ 2-4 ਦਿਨ ਹੀ ਖਤਰੇ ਵਾਲੀ ਘੰਟੀ ਹੈ, ਜੇ ਕਿਤੇ ਟਿਕ ਗਏ ਤੇ ਫਿਰ ਪੜ੍ਹ ਲੈਣਗੇ। ਇਹ ਤੇ ਸੁਭਾਵਿਕ ਜੀ ਗੱਲ ਹੈ ਜੀ। ਬੱਚਾ ਜਦ ਵੀ ਕੋਈ ਸਕੂਲੇ ਜਾਂਦਾ ਹੈ, ਨਰਸਰੀ ਪ੍ਰੀ ਨਰਸਰੀ ਦੇ ਵਿੱਚ ਪਹਿਲੀ ਵਾਰੀ ਰੌਲਾ ਹੁੰਦਾ ਹਫ਼ਤੇ ਦਾ ਹੀ, ਇਹੀ ਖਤਰਾ ਹੁੰਦਾ ਕਿ ਰਹੂਗਾ ਵੀ ਕਰੋਈ ਹੋ ਜਾਊਗਾ। ਗੁਰੂ ਸਾਹਿਬ ਕੁਛ ਨਹੀਂ ਬੋਲੇ। ਪਿਤਾ ਜੀ ਨੇ ਆਪਣੇ ਪੁੱਤਰ ਨੂੰ ਪਿਆਰ ਕੀਤਾ, ਸੋਹਣੀ ਦਸਤਾਰ ਸਜਾਤੀ, ਫੇਰ ਸੋਹਣੇ ਵਸਤਰ ਪਵਾਤੇ, ਪੈਰਾਂ 'ਚ ਵਧੀਆ ਜੋੜਾ ਪਾਇਆ। ਮਾਤਾ ਜੀ ਦੇ ਚਰਨੀ ਹੱਥ ਮਹਾਰਾਜ ਨੇ ਲਾਏ, ਮਾਂ ਨੇ ਅਸੀਸ ਦਿੱਤੀ, ਕਹਿੰਦੇ ਮੇਰਾ ਪੁੱਤ ਪੜੂਗਾ, ਵਧੂਗਾ, ਫੁੱਲੂਗਾ। ਨਮਸਕਾਰ ਕਰਕੇ ਘਰੋਂ ਨਿਕਲੇ ਪਿਤਾ ਜੀ, ਉਂਗਲ ਫੜ ਕੇ ਫੇਰ ਮਦਰਸੇ ਵਾਲੇ ਪਾਸੇ ਆ ਗਏ। ਹੁਣ ਪਾਠਸ਼ਾਲਾ ਤੋਂ ਅੱਗੇ ਜਾ ਕੇ ਮਦਰਸਾ ਸੀ, ਜਿੱਥੇ ਮੁੱਲਾਂ ਦੀ ਸਤਿਗੁਰਾਂ ਦੀ ਉਡੀਕ ਕਰ ਰਹੇ ਨੇ। ਬਾਕੀ ਬੱਚੇ ਵੀ ਮਦਰਸੇ ਵਿੱਚ ਪੁੱਜ ਚੁੱਕੇ ਹਨ। ਨਾਨਕ ਕੋ ਸੰਗ ਲੇ ਬੈਨ ਸੋ ਦਲਸੀ ਦੇ, ਪੜੋ ਕਰ ਪ੍ਰੀਤ ਨੀਤ ਕਟਿ ਹੋ ਨਾ ਧਾਈਏ। ਸਾਰੇ ਰਾਹ ਦੇ ਵਿੱਚ ਪਿਤਾ ਜੀ ਆਪਣੇ ਪੁੱਤ ਨੂੰ ਦਲਾਸੇ ਦੇਈ ਗਏ, ਕਹਿੰਦੇ ਪੁੱਤ ਸੋਹਣਾ ਸੋਹਣਾ ਪੜ੍ਹੀ, ਤੈਨੂੰ ਮਾਇਆ ਦਿਆਂਗਾ, ਤੂੰ ਵੱਡਾ ਆਫੀਸਰ ਬਣ ਜਾਏਗਾ, ਆਹ ਹੋ ਜਾਏਗਾ, ਉਹ ਹੋ ਜਾਏਗਾ। ਗੁਰੂ ਸਾਹਿਬ ਇੱਧਰੋਂ ਸੁਣ ਲਿਆ ਕਰਨ, ਇੱਧਰੋਂ ਪੜ੍ਹ ਦਿਆ ਕਰਨ, ਟੈਨਸ਼ਨ ਲੈਣ ਦੀ ਉਹ ਥੋੜੀ ਹੈ। ਕਹਿੰਦੇ ਕੋਈ ਗੱਲ ਨਹੀਂ, ਪਿਤਾ ਜੀ ਕਹਿੰਦੇ ਕਹੀ ਜਾਣਗੇ, ਪਰਵਾਹ ਕੋਈ ਨਹੀਂ ਹੈ। ਪਰ ਕਵੀ ਕਹਿੰਦੇ ਬਾਪੂ ਨੇ ਬੜੇ ਹੌਸਲੇ ਆਪਣੇ ਪੁੱਤ ਨੂੰ ਦਿੱਤੇ ਵੀ ਇਹਦਾ ਹੌਸਲਾ ਨਾ ਢੱਠੇ, ਇਹ ਪੜ੍ਹੇ। ਪੁੱਤ ਛੇਤੀ ਛੇਤੀ ਯਾਦ ਕਰ, ਵੇਖ ਲੋਕਾਂ 'ਚ ਤੇਰਾ ਸਤਿਕਾਰ ਕਿਵੇਂ ਬਣਦਾ। ਮੈਨੂੰ ਵੀ ਲੋਕ ਕਿਹਾ ਕਰਨ ਵੀ ਪਟਵਾਰੀ ਦਾ ਪੁੱਤ ਇੰਨਾ ਪੜ੍ਹਿਆ ਹੋਇਆ। ਇਹ ਮਨ ਜਿਹਾ ਹੀ ਹੁੰਦਾ ਮਾਂ ਬਾਪ ਨੂੰ ਵੀ ਮੇਰੇ ਬੱਚੇ ਨੇ ਇੰਨੀ ਡਿਗਰੀਆਂ ਕੀਤੀਆਂ, ਫਲਾਣਾ ਕੀਤਾ, ਨੌਕਰੀ ਮਿਲੇ ਨਾ ਮਿਲੇ ਅਲੱਗ ਵਿਸ਼ਾ ਹੈ, ਪੜ੍ਹਾਈ ਦਾ ਹੀ ਜ਼ਰੂਰ ਬਣਾ ਹੁੰਦਾ ਹੈ। ਤੇ ਗੁਰੂ ਸਾਹਿਬ ਚੱਲਦੇ ਚੱਲਦੇ ਮਦਰਸੇ ਪਹੁੰਚ ਗਏ। ਅੱਗੇ ਮੁੱਲਾ ਜੀ ਨਮਾਜ਼ ਅਦਾ ਕਰਦੇ ਸੀ,
जुमे की नमाज, क्योंकि मदरसियां दे विच अज भी जब मदरसा लगता है नमाज पढ़ी जाती है। जिहड़े कॉन्वेंट स्कूल ने उत्थे ईसा की प्रेयर कराई जाती है, कृष्णा की। ते जिहड़े RS ते जन संघी स्कूल ने ना साडे चंडीगढ़ दे विच बड़े आ, पंजाब दे विच बड़े ने, नाम बदले हुए उन्हां दे, सानूं नहीं पता। सर्व हितकारी उन्हां दा नाम है। उन्हां स्कूलों दे विच सवेरे सवेरे अर्ली मॉर्निंग जो बच्चे आउंदे आ ना, पहला हवन कराया जाता पंडित जी तो, रोज़ हवन हुंदा है, फिर उन्होंने धार्मिक गीत गाए जाते हैं। तो जिस बच्चे विच ये चीज़ां भरियां जाणगियां वो कद सिੱਖੀ ਨੂੰ ਮੰਨੂ, आखो सतनाम। ते साडे ते गुरुद्वारियां दा हाल है, स्कूलों लागे लागे नहीं लगे ना सी अकैडमी, कोई वड़ गया ना वड़ गया, वाल कटाई फिरदे बाਅਦ चो। किते ना किते साडी सिੱਖਿਆ दा म्यार बहुता ऊंचा नहीं है। सिख कौम यहूदियां तो पिछे रह गई। कोई समा सी यहूदियां दा 30-30 लाख का कदर हुंदा सी, धरती तो खत्म होने वाले हो गए। कोई उन्हों की कौम ने वेख्या पढ़िए लिखिए, बच्चों अपने स्कूल बना के कॉलेज बना के अगे लेके चलिए। अज पूरे वर्ल्ड के यहूदियों का राज है। सब तो बड़े मंत्री, सब तो बड़े ऑफिसर उन्होंने ने। जिस कौम के बच्चे पढ़े लिखे होना, अपने धर्म को समर्पित होण, भी उन्होंने कौमां नूं फिर धरने लाउण दीआं लोड़ां नहीं पैंदियां, वो वड्डे रुतबिਆਂ दे हुंदे आ। साडियां यही कमजोरियां रह गईयां पंजाब दीआं। असीं अपने बच्चों को चंगी एजुकेशन नहीं दित्ती। कॉन्वेंट स्कूलों ने की कीता, उन्होंने अपने धर्म का पैरोकार बना लिया बच्चों, उन्होंने दिमाग च भरिया ईसा जी, क्योंकि पढ़िया उन्होंने 10-10 साल। तो जदों सलीब ते चढ़े ईसा जी नूं वेखदे आ, ते फिर जो साडे धर्म की गल चलदी चरखड़ियां ते चढ़े, कहंदे कोई वड्डी गल नहीं है, इशू क्रिएट करदे हो तुसीं, कुछ नहीं है। उन्होंने दिमाग च बैठा है। ते सिੱਖੀ वाले पासे ते चलो रब रख महाराज मत बख्शण सानू, किते साडियां यूनीवर्सिटियां साडे स्कूल अपने होण। अज नाम ते खालसा कॉलेज रखिया हुंदा ते खालसियां वाली गल कोई नहीं होंदी, ना स्टाफ खालसिया च हुंदा ते ना पढ़न वाले खालसे हुंदे, केवल दिखावा ही है ना साडे कोल। ये दुख लगदा है, पर हाँ किते कईयां गल्लां साडियां दूर जाण ते हो सकदा बदलाव आ जाए, किसी नूं समझ आ जाए। गुरु साहब मदरसे विच आए, नमाज विच खड़े होए, क्योंकि सत्कार है। मुला जी कहते आओ नानक जी बैठो। तो पिता जी ने इत्थे भी पग भेटा की है, दस्तार मुला जी, क्योंकि मुला लोग ने ना जिहड़े ये धर्म के गुरु ने, धर्म के गुरु मन्निया जाता इन्हां नूं इस्लाम दे विच मदरसियां वालियां नूं। ते पंडित लोग ने जिहड़े जिद्दां गोपाल पादा उन्हां दे बच्चे उन्हां नूं गुरु मनदे आ जी। जिवें सिखां दे विच चंगे प्रचारक होण, असीं उन्हां नूं महान मनदे आ जिन्हां तों सिੱਖਣ नूं मिलदा कुछ, साडे वर्गे नहीं। विद्वान की गल है, जो बड़े बड़े विद्वान फिलोसफर ने, जिदा भाई वीर सिंह हो गए, भाई गुरदास जी हो गए, जिन्होंने पढ़ के भाई नंद लाल जी हो गए। सानू लगता है साडा जीवन उस पासे जे हो जाए तो चंगा है, प्रभावित कर देना। पर जिस वेले मुला जी के कोल नानक जी बैठे, महाराज ने नमस्कार की, क्योंकि ऐसे टीचर अजे ते दुनिया को विखाया नहीं असीं परमेश्वर हाँ। पिता जी बड़े खुश होए, कहते मुला जी हुण मैं चलिया, मैनू समा दे दिओ, किस वेले मैं इन्हां नूं लैण आवां। मकतब आए एक कार खिक दीनों कालू, कुछ क मिठाई बांट पट्टिया लिखाई है। कहते उस वेले पिता जी ने 1 रुपया बस्तर दे नाल कुतुबदीन मुल्ला नूं दिता, प्रेम भेटा, ते कुछ मठियाई सी ना जिहड़ी नाल नौकर लेके आया सी, कहंदे वो बच्चियां च वंडी गई। जिवें बर्थडे वाले दिन बच्चे टॉफियां टूफियां वंडदे आ ना, कि स्कूल च नवां बच्चा आउंदा सी ते ठेई वंडी जांदी सी। कहंदे सारे बच्चियां नाल इंट्रो कराई, मिलाया गया भी ये नवे स्टूडेंट ने, नवे विद्यार्थी ने, साडे मकतब दे विच अज आए ने। ते गुरु नानक साहब महाराज कहंदे सारियां नूं बड़े प्यार नाल मिले, हत्थ जोड़ के, क्योंकि हत्थ उत्थ मिलाउण वाला काम थोड़ी हुंदा सी, हत्थ जोड़ के मिलदे सी। बड़ा मान सत्कार होया। ते उस तो बाद मुला जी ने कोल बिठा के हाथ फड़ के गुरु नानक साहब महाराज का पहला हरफ फारसी का लिखाया। फारसी दे विच अखरां नूं हरफ बोलिया जाता है, हरफ। ते गुरु नानक साहब महाराज ने पहला अखर लिखिया, लिखिया काहदे ते है, पट्टी उत्ते, लकड़ की फट्टी उत्ते। सतगुरां ने मुला दे कोल बैठ के पिता जी दे सामने पहला हरफ लिखिया है। मुला ने कलम गह अवल अलख लिख, अलव अवल अलफ लिख, बोहरो से रफी सो सब ही पढ़ाई है। सब तो पहला अखर मुला ने की लिखाया, अव्वल नाम है पहले का, फारसी के शब्द ने सारे। अल्फ
हरख लिख। कहते सब तो पहला फारसी का एका लिखाया, एक। हुण एक ते एक है, इंग्लिश में लिख लो, रोमन में लिख लो, हिंदी च लिख लो, पंजाबी च लिख लो, एक ने एक रह है। कहते फारसी दे विच जदों पहला हरफ लिखाया ना अव्वल, उस तो बाद सिहरफी बेहरफी एक ही है। जिवें साडी पंजाबी दी 35 अखरी है, अंग्रेजी वालियां दी ABC है, हिंदी वाले का खा गा। इसे तरह फारसी दे विच जिहड़ी उन्हां दी 35 आ ना, 35 अखरां वांग जिहड़ी उन्हां दी शब्दावली दे मुढ़ले अखर ने चोणवे, उन्होंने सिहरफी ते बेहरफी आखदे आ। कहते मुल्ला जी ने हाथ फड़ के लिखाया, बोलिया, ते गुरु नानक साहब महाराज ने जो लिखिया जो वेखिया, कहते ऐसी कृपा मेहर वरताई, याद करके नाल दी नाल ही सुनाता। सतनाम। जिन्ने अखर सी फारसी दे कंठों अपनी रसना तो सुनाए हन। मुल्ला के कहन में ही देर कछ लगो मानो, नानक की रसना में देर हूं ना पाई है। पिता जी उठ के आ गए थे, भाई बाला जी कहते मुल्ला के कहन में देर कछ लगो। मुल्ला जी दे कहण च देरी लगदी, पर नानक जी दे लिखण विच देर नहीं लगदी कोई। आखो सतनाम। मुल्ला दे कहण तो पहले ही मर्ज अगला हरफ लिख दिंदे, अगला अखर लिख दिंदे आ। मुल्ला वेखे उन्हां वल, न्याणा है, ये बच्चा है। ਜਿਹੜੇ ਅੱਖਰ ਬੱਚਿਆਂ ਨੂੰ 10 ਸਾਲਾਂ 'ਚ याद नहीं होए, ये बिना कहे लिखी जा रहे हैं। कहते मुल्ला जी ने कलम छड्डती, एक पासे होके वेखण लग गए, गुरु नानक साहब महाराज फट्टी ते सारे अखर फारसी ते लिखी जा रहे। सो समा हो गया जी। जिवें जिवें महाराज खेडां वरताउणगे ना, बड़ियां रंगलियां खेडां हो सकदियां, बड़ियां रंगलियां। जी करदा गाई जाइए, सुनी जाइए, सुनाई जाइए। इन्ने प्यार दी, इन्नी भावना दी कथा गुरु नानक साहब महाराज दी, जिस विच अज उन्होंने वेखो किड्डी बड़ी खेड रचाई है। की होऊगा कल दे दीवाना च गुरु साहब की कृपा नाल सरवण करांगे। वाहिगुरू।